ਕਹਿੰਦੇ 92 ਐਮਐਲਏ ਨੇ ਸਾਰੇ ਡੰਮੀ ਐਮਐਲਏ ਵਿਰੋਧੀ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੀ ਐਮਐਲਏ ਦੀ ਹਲਕਿਆਂ 'ਚ ਚੱਲਦੀ ਨਹੀਂ। ਵਿਰੋਧੀ ਪਹਿਲਾਂ ਆਪਣੀ ਫਿਕਰ ਕਰ। ਪੰਜਾਬ ਦੇ ਵਿੱਚ ਸਰਕਾਰ ਕਿਹਦੀ ਹੈ? ਆਮ ਆਦਮੀ ਪਾਰਟੀ ਦੀ। ਪੰਜਾਬ 'ਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ। ਇਹ 'ਚ ਕੋਈ ਵਿਰੋਧੀ ਕਹਿੰਦੇ ਚੱਲ ਦਿੱਲੀ ਤੋਂ ਰਹੀ ਹੈ। ਕੀ ਲੱਗਦਾ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੁਜਰਾਤ ਜਾਂਦੇ ਨੇ, ਉਹ ਕਹਿੰਦੇ ਜੀ ਪਿਛਲੇ 70 ਸਾਲਾਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਕੋਈ ਕੰਮ ਨਹੀਂ ਕੀਤਾ ਜਿਹੜੇ ਅਸੀਂ ਕੁਝ ਮਹੀਨਿਆਂ 'ਚ ਕਰਦਾ। ਇੱਧਰੋਂ ਵਿਰੋਧੀ ਪਾਰਟੀ ਕਾਂਗਰਸ ਉਹ ਕਹਿੰਦੇ ਜੀ ਸਾਨੂੰ 10 ਦਿਨ ਕੀਤਾ ਕੀ ਹੈ। ਇਹਨਾਂ ਦੀ ਤੇ ਮਨਮਰਜ਼ੀਆਂ ਨਾਲ ਇੱਕ ਐਮਐਲਏ 10-10 ਪੈਨਸ਼ਨਾਂ ਲੈ ਰਿਹਾ ਸੀ, 8-8 ਪੈਨਸ਼ਨ ਮਾਨ ਸਾਹਿਬ ਨੇ ਬੰਦ ਕਰ। ਸੁਖਪਾਲ ਸਿੰਘ ਖਹਿਰਾ ਬਹੁਤ ਵੱਡੇ ਇਲਜ਼ਾਮ ਲਾਉਂਦੇ ਆ ਤੁਹਾਡੇ ਤੇ, ਤੁਹਾਡੀ ਪਾਰਟੀ ਤੇ ਇਲਜ਼ਾਮ ਲਾਉਂਦੇ ਨੇ। ਉਹ ਕਹਿੰਦੇ ਜੀ ਕਰਦੇ ਕੁਛ ਨਹੀਂ, ਕੱਲ ਫੈਸਲਾ ਲੈਂਦੇ ਨੇ ਦੂਸਰੇ ਦਿਨ ਵਾਪਸ ਲੈ ਲੈਂਦੇ ਨੇ। 28 FIR ਰਜਿਸਟਰ ਕੀਤੀਆਂ ਹੁਣ ਤੱਕ, ਕਿਹੜਾ ਕਰਪਸ਼ਨ, ਛੋਟੇ ਮੁਲਾਜ਼ਮ ਫੜੀ ਜਾਂਦੇ। ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਕਹਿੰਦੇ ਰਹੇ ਔਨ ਰਿਕਾਰਡ ਗੱਲਾਂ, ਮੇਰੇ ਕੋਲ ਸਾਰੇ ਮੰਤਰੀਆਂ ਦੀ ਕਹਿੰਦੇ ਫਾਈਲਾਂ ਆ ਜਿਨ੍ਹਾਂ ਨੇ ਲੁੱਟ ਖਸੁੱਟ ਕੀਤੀ, ਪਰ ਉਹ ਫਾਈਲਾਂ ਬਾਹਰ ਨਹੀਂ ਦਿੱਤੀਆਂ। ਕਿਉਂ ਨਹੀਂ ਦਿੱਤੀਆਂ? ਕਿਉਂਕਿ ਸੈਟਿੰਗ ਚੱਲ ਰਹੀ। ਕੁਝ ਐਮਐਲਏ ਤਾਂ ਬਾਕੀ ਪਾਰਟੀਆਂ ਦੇ ਵਿੱਚੋਂ ਹੀ ਆਏ ਹੋਏ ਨਾ, ਆਮ ਆਦਮੀ ਪਾਰਟੀ ਦੇ ਵਿੱਚ ਵੀ ਆਏ ਆ, ਬਿਲਕੁਲ ਉਹ ਵੀ ਕਰਪਟ ਦਾ ਠੀਕ ਹੈ ਨਾ। ਜੇ ਸਾਡੇ 'ਚ ਵੀ ਹੋਣਗੇ ਤਾਂ ਛੱਡਣਾ ਉਹ ਵੀ ਨਹੀਂ, ਔਰ ਛੱਡਿਆ ਵੀ ਨਹੀਂ, ਪਹਿਲਾਂ ਮੰਤਰੀ ਬਾਹਰ ਕੀਤਾ ਹੀ ਹੈ। ਪੰਜਾਬ 'ਚ ਇਹ ਆਮ ਗੱਲ ਚਰਚਾ ਹੋ ਗਈ ਸੀ ਵੀ ਸੱਤਾ 'ਚ ਆਵਾਂਗੇ, ਰਾਜ ਭੋਗਾਂਗੇ ਤੇ ਨਾਲੇ ਜਿਹੜੇ ਰਿਸੋਰਸ ਹੈ ਸੂਬੇ ਦੇ, ਜਿਹੜੇ ਸਰਮਾਏ ਆ ਉਹਨਾਂ ਤੇ ਲੁੱਟ ਸੁੱਟ। ਉਹ ਕਹਿੰਦੇ ਨਾਲੇ ਇਹ ਵੀ ਕਹਿੰਦੇ ਜਿਸ ਤਰੀਕੇ ਨਾਲ ਵੱਡੇ ਫਲੈਕਸ ਬੋਰਡ ਲੱਗ ਚੁੱਕੇ ਨੇ, ਸਾਡੇ ਕੰਮ ਬੋਲਦੇ ਨੇ, ਕਹਿੰਦੇ ਆਉਣ ਵਾਲੇ ਦਿਨਾਂ 'ਚ ਅਸੀਂ RTE ਪਾਵਾਂਗੇ, ਪਤਾ ਲੱਗੂ ਕਿੰਨਾ ਖਰਚਾ ਹੋਇਆ। ਉਹ ਬੋਰਡ ਨਹੀਂ ਕਿ ਵੀ ਚੰਨੀ ਸਾਹਿਬ ਨੇ ਕਿਹਾ 36,000 ਮੁਲਾਜ਼ਮ ਪੱਕੇ ਤੇ ਰਾਜਸਥਾਨ 'ਚ ਬੋਰਡ ਲੱਗੇ ਤੇ ਮੁਲਾਜ਼ਮ ਇੱਕ ਵੀ ਨਹੀਂ ਪੱਕਾ। ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ। ਅਗਰ ਉਹਨਾਂ ਨੇ ਚਿੱਠੀ ਲਿਖੀ ਹੈ, ਤੁਹਾਡਾ ਕੀ ਸਟੈਂਡ ਆ? ਤੇ ਅਗਲਿਆਂ ਨੇ ਤਾਂ ਹਰਿਆਣਾ ਵਾਲਿਆਂ ਨੇ ਤਾਂ ਉੱਥੇ ਆਪਣੀ ਜਿਹੜੀ ਜ਼ਮੀਨ ਆ ਉਹ ਵੀ ਦੇਖ ਲਈ ਹੈ, ਪ੍ਰਕੇਅਰ ਕਰ ਲਈ ਹੈ। ਆਮ ਆਦਮੀ ਪਾਰਟੀ ਦੇ ਜਿਹੜਾ ਟੈਂਪਰੇਰੀ ਅਧਿਕਾਰ ਹਰਿਆਣੇ ਨੂੰ ਦਿੱਤਾ ਹੈ, ਉਹਦਾ ਗੁਨਾਹਗਾਰ ਕੌਣ ਹੈ? ਉਹਦਾ ਗੁਨਾਹਗਾਰ ਹੈ ਕਾਂਗਰਸ। 1966 'ਚ ਰੀਆਰਗੇਨਾਈਜੇਸ਼ਨ ਦੇ ਟਾਈਮ ਸੈਂਟਰ 'ਚ ਕਾਂਗਰਸ ਸਰਕਾਰ ਨੇ ਇੱਕ ਕੰਡੇ ਬੀਜੇ। ਬਾਜਵਾ ਸਾਹਿਬ ਨੇ ਉਹਦੇ ਖਿਲਾਫ ਕਿਉਂ ਨਹੀਂ ਚਿੱਠੀ ਲਿਖੀ? ਤੁਹਾਡੇ ਵੀ ਕੀ ਨੰਬਰ ਪਰ ਨਹੀਂ, ਮੇਰੇ ਵੀ ਕਿਹਾ, ਮੈਂ ਤਾਂ ਕਹਿ ਰਿਹਾ ਵੀ ਜਿਹੜਾ ਕੋਈ ਕਾਨੂੰਨ ਨੂੰ ਤੋੜਨ ਦੀ ਜਾਂ ਦੇਸ਼ ਨੂੰ ਤੋੜਨ ਦੀ, ਭਾਈਚਾਰਿਆਂ ਨੂੰ ਖਰਾਬ ਕਰਨ ਦੀ ਗੱਲ ਕਰੂਗਾ, ਬਿਲਕੁਲ ਬਰਦਾਸ਼ਤ ਨਹੀਂ। ਨਸ਼ੇ ਦੇ ਵੱਡੇ ਸਦਾਗਰ ਵੀ ਨਹੀਂ ਫੜੇ ਗਏ, ਗ੍ਰਾਮ ਵਾਲੇ ਤਾਂ ਫੜੇ ਜਾਂਦੇ ਆ, ਪਰ ਕਿੱਥੋਂ ਆਉਂਦਾ ਹੈ ਉਹ ਨਹੀਂ ਫੜੇ ਜਾਂਦੇ। ਪਹਿਲਾਂ ਕੀ ਸੀ, ਪੁਸਤ ਬਣਾਈ ਸੀ ਨਾ ਵੀ ਹਿੱਸੇਦਾਰੀ ਫਿਕਸ ਹੋ ਜਾਂਦੀ, ਕਰੀ ਚੱਲ ਕੰਮ, ਗਲਤ ਸਲਤ ਕਰੀ ਚੱਲ, ਕੋਈ ਚੱਕਰ ਨਹੀਂ, ਥਾਣੇ 'ਚੋਂ ਅਸੀਂ ਛਡਾ ਦੇਣਾ ਤੈਨੂੰ। ਹੋਇਆ ਇਹੀ ਹੋਇਆ ਨਾ। ਜਦੋਂ ਬਿਆਨ ਦਿੰਦੇ ਨੇ ਉਦੋਂ ਇਸ ਤਰੀਕੇ ਦਾ ਬਿਆਨ ਦੇ ਦਿੰਦੇ ਨੇ ਕਿ ਅਸੀਂ ਮਿੰਟਾਂ 'ਚ ਕਰ ਦਾਂਗੇ, ਬੇਸ਼ੱਕ MSP ਦੀ ਗੱਲ ਹੋਵੇ, ਬੇਸ਼ੱਕ ਬੇਅਦਬੀ ਦਾ ਮਸਲਾ ਹੋਵੇ। ਅਸੀਂ ਨਾ ਤਾਂ ਕਿਸੇ ਨੂੰ ਬਚਾਉਣਾ ਹੈ ਤੇ ਨਾ ਫਸਾਉਣਾ ਹੈ, ਨਾ ਅਸੀਂ ਐਵੀਡੈਂਸ ਪ੍ਰਭਾਵਿਤ ਹੋਣ ਦੇਣਾ, ਨਾ ਕਿਸੇ ਤਰ੍ਹਾਂ ਦੀ ਕਾਨੂੰਨੀ ਪ੍ਰਕਿਰਿਆ। ਜਿੰਨਾ ਪਿਆਰ ਸਤਿਕਾਰ ਪਹਿਲਾਂ 9-10 ਮਹੀਨੇ ਪਹਿਲਾਂ ਮਿਲਿਆ ਕੰਗ ਸਾਹਿਬ, ਕੀ ਲੋਕ ਉਹਨਾਂ ਪਿਆਰ ਸਤਿਕਾਰ ਕਰਦੇ ਨੇ? ਬੇਸ਼ੱਕ ਜਿਮਨੀ ਚੋਣ ਸੰਗਰੂਰ ਦੀ ਗੱਲ ਕਰੀਏ, ਹੋਰ ਵੀ ਕਈ ਪੱਖਾਂ ਤੋਂ ਆਪਾਂ ਗੱਲ ਲੱਗਦਾ ਤੁਹਾਨੂੰ ਜਿੰਨਾ ਪਿਆਰ ਸਤਿਕਾਰ ਪਹਿਲਾਂ ਪੰਜਾਬ ਦੇ ਲੋਕ ਕਰਦੇ ਸੀ, ਹੁਣ ਉਹੀ ਪੰਜਾਬ ਦੇ ਲੋਕ ਸਵਾਲ ਖੜੇ ਕਰ ਰਹੇ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਰਾਏ TV ਤੇ ਮੈਂ ਹਾਂ ਪਰਮਿੰਦਰ ਸਿੰਘ। ਪ੍ਰੋਗਰਾਮ ਵਿਚਾਰ ਤਕਰਾਰ ਦੇ ਤਹਿਤ ਜਿੱਥੇ ਮੈਂ ਤੁਹਾਡੀ ਵੱਖ-ਵੱਖ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣਾ ਹੈ, ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਆਪਾਂ ਗੱਲਬਾਤ ਕਰਦੇ ਹਾਂ। ਅੱਜ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਤੋਂ ਸਪੋਕਸਮੈਨ ਪਰਸਨ ਬਾਈ ਮਾਲਵਿੰਦਰ ਕੰਗ ਦੇ ਨਾਲ, ਜਿੱਥੇ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਾਂਗੇ ਕਿ ਇੱਕ ਸਟੂਡੈਂਟ ਤੋਂ ਕਿਸ ਤਰ੍ਹਾਂ ਰਾਜਨੀਤੀ ਦੇ ਵਿੱਚ ਆਉਂਦੇ ਨੇ, ਉਸ ਤੋਂ ਬਾਅਦ ਯੂਨੀਵਰਸਿਟੀ ਦੇ ਪ੍ਰਧਾਨ ਰਹਿੰਦੇ ਨੇ। ਕੀ ਆਮ ਆਦਮੀ ਪਾਰਟੀ ਦੇ ਵਿੱਚ MLA ਬਣਨ ਦਾ ਮਲਾਨ ਹੈ? ਚਾਹੁੰਦੇ ਸੀ ਵੀ ਕਿ MLA ਬਣ ਜਾਣ? ਤਮਾਮ ਮੁੱਦਿਆਂ ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਬਾਈ ਮਾਲਵਿੰਦਰ ਕੰਗ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਪਰਮਿੰਦਰ ਜੀ, ਤੁਹਾਡਾ ਬਹੁਤ ਧੰਨਵਾਦ, ਔਰ ਤੁਹਾਡੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸਿਹਤ ਠੀਕ ਹੈ? ਬੜੀ ਕਿਰਪਾ ਜੀ, ਤੰਦਰੁਸਤ ਹੋ? ਪਰਮਾਤਮਾ ਦੀ ਬੜੀ ਕਿਰਪਾ ਹੈ। ਮਲਾਨ ਹੈ ਥੋੜਾ ਜਿਹਾ ਐਤਕੀ MLA ਬਣ ਜਾਂਦੇ, ਬਾਕੀ ਬਣ ਗਏ ਸੀ ਵੀ ਉਹ ਲੱਗ ਜਾਂਦੀ ਬੱਗ। ਦੇਖੋ, ਇੱਕ ਗੱਲ ਬੜੀ ਸਪਸ਼ਟ ਹੈ, ਜਦੋਂ ਤੁਸੀਂ ਪੋਲਿਟਿਕਸ 'ਚੋਂ ਤਾਂ ਸੁਭਾਵਿਕ ਤੌਰ ਤੇ ਐਂਬੀਸ਼ਨਸ ਤੇ ਹੁੰਦੀਆਂ। ਔਰ ਮੈਂ ਤੇ ਮਤਲਬ ਜਿਵੇਂ ਕਹਿ ਲਓ ਵੀ ਯੂਨੀਵਰਸਿਟੀ ਦੀ ਪੋਲਿਟਿਕਸ 'ਚੋਂ ਮਤਲਬ ਸੰਘਰਸ਼ ਵੀ ਕੀਤਾ ਤੇ ਟ੍ਰੇਨਿੰਗ ਵੀ ਲਈ, ਉਸ ਤੋਂ ਨਿਕਲੇ ਆ ਤੇ ਸੁਭਾਵਿਕ ਤੌਰ ਤੇ ਆ ਐਂਬੀਸ਼ਨ ਹੁੰਦੀ ਆ।
ਲੇਕਿਨ ਇਹ ਨਹੀਂਗਾ ਵੀ ਰਾਜਨੀਤੀ 'ਚ ਤੁਹਾਨੂੰ ਜੋ ਤੁਸੀਂ ਸੋਚਦੇ ਹੋ ਉਸੇ ਤਰੀਕੇ ਨਾਲ ਹੀ ਚੱਲੀ ਜਾਣਾ। ਪਾਰਟੀਆਂ 'ਚ ਅਲੱਗ-ਅਲੱਗ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ। ਹੁਣ ਮੈਨੂੰ ਲੱਗਦਾ ਜਿਹੜੀ ਜ਼ਿੰਮੇਵਾਰੀ ਦਿੱਤੀ ਆ ਆਪਾਂ ਇਹਦੇ ਨਾਲ ਵੀ ਕਈ ਵਿਰੋਧੀ ਤਾਂ ਕਹਿੰਦੇ ਨੇ ਕਿ ਕੰਗ ਸਾਹਿਬ ਨੂੰ ਲੜਨ ਦੀ ਰੱਖਤਾ ਵੀ ਲੜੀ ਜਾਊਗਾ ਆਪੇ। ਦੇਖੋ ਪਾਰਟੀ ਦਾ ਪੱਖ ਦਲੀਲ ਨਾਲ ਲੌਜੀਕਲ ਰੱਖਣਾ ਇਹ ਸਾਡਾ ਫਰਜ਼ ਵੀ ਹੈ, ਸਾਡੀ ਜ਼ਿੰਮੇਵਾਰੀ ਵੀ ਹੈ। ਲੜਨ ਵਾਲੀ ਤੇ ਕੋਈ ਗੱਲ ਨਹੀਂ, ਇਹਨੂੰ ਲੜਨਾ ਤਾਂ ਨਹੀਂ ਕਹਿ ਸਕਦੇ, ਲੇਕਿਨ ਹਾਂ ਇਹ ਗੱਲ ਜ਼ਰੂਰ ਹੈ ਜਦੋਂ ਤੁਸੀਂ ਸੱਤਾ 'ਚ ਹੁੰਦੇ ਹੋ, ਖਾਸ ਕਰ ਪਾਵਰ 'ਚ ਹੁੰਦੇ ਹੋ, ਉਦੋਂ ਤੁਹਾਨੂੰ ਬਹੁਤ ਹੀ ਸੰਭਲ ਕੇ ਸਾਰੀ ਗੱਲ ਕਹਿਣੀ ਪੈਂਦੀ। ਅਦਰਵਾਈਜ਼ ਆਪੋਜੀਸ਼ਨ 'ਚ ਤੁਸੀਂ ਕੁਝ ਵੀ ਕਹਿ ਦੋ ਇੰਨਾ ਕੋਈ ਫਰਕ ਨਹੀਂ ਪੈਂਦਾ। ਸੱਤਾਧਾਰੀ ਹੋ ਕੇ ਰਿਸਪੌਂਸਿਬਿਲਿਟੀ ਵੱਧਦੀ ਹੈ, ਜ਼ਿੰਮੇਵਾਰੀਆਂ ਵੱਧਦੀਆਂ ਤੇ ਸੁਭਾਵਿਕ ਤੌਰ ਤੇ ਆ ਉਹਦਾ ਪ੍ਰੈਸ਼ਰ ਵੀ ਰਹਿੰਦਾ। ਕਿਸ ਤਰ੍ਹਾਂ ਇਹ ਰਾਜਨੀਤਿਕ ਵੱਲ ਆਏ, ਥੋੜਾ ਜਿਹਾ ਆਪਣੇ ਬਾਰੇ ਦੱਸ ਦਿਓ ਕਿ ਇੱਕ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ, ਫਿਰ ਬੀਜੇਪੀ ਜੁਆਇਨ ਕਰਨਾ, ਫਿਰ ਆਮ ਆਦਮੀ ਪਾਰਟੀ ਦੇ ਵਿੱਚ ਆਉਣਾ। ਦੇਖੋ ਇਹੀ ਮੈਂ ਦੇਖਦਾ ਹੁੰਦਾ, ਇਹ ਪਰਮਾਤਮਾ ਦੀ ਜੋ ਮਤਲਬ ਨੀਅਤੀ ਹੁੰਦੀ ਹੈ ਨਾ, ਨੀਅਤੀ। ਮੈਂ ਨਹੀਂ ਕਦੀ ਸੋਚਿਆ ਸੀ ਰਾਜਨੀਤੀ, ਅਸੀਂ ਬੜੇ ਸਧਾਰਨ ਪਰਿਵਾਰਾਂ ਦੇ ਆ। ਮੈਂ ਸਟੂਡੈਂਟ, ਬੇਸਿਕਲੀ ਮੈਂ ਬਾਸਕਟਬਾਲ ਦਾ ਪਲੇਅਰ ਸੀਗਾ। ਸਪੋਰਟਸ ਕੋਟੇ 'ਚ ਮੈਂ ਪੰਜਾਬ ਯੂਨੀਵਰਸਿਟੀ ਆਇਆ ਔਰ ਉਦੋਂ ਮੈਨੂੰ ਸ਼ੌਂਕ ਸੀ ਆਰਮੀ ਜਾਣ ਦਾ, ਲੈਫਟੀਨੈਂਟ ਕਰਨਲ ਬਣਨ ਦਾ। ਉਹਦਾ ਮੇਰਾ ਰਿਟਨ ਟੈਸਟ ਵੀ ਕਲੀਅਰ ਹੋ ਗਿਆ। ਇਨ ਬਿਟਵੀਨ ਪੰਜਾਬ ਯੂਨੀਵਰਸਿਟੀ ਇਲੈਕਸ਼ਨ ਹੁੰਦੇ ਆ, ਉੱਥੇ ਸਟੂਡੈਂਟ ਯੂਨੀਅਨ ਨਾਲ ਐ ਯਾਰੀ ਦੋਸਤੀ 'ਚ ਬੰਦਾ ਜੁੜ ਗਿਆ। ਉਹ ਐਸੇ ਜੁੜੇ ਕਿ ਉਹ ਉੱਚ ਇਨਵੋਲਵ ਹੁੰਦੇ ਚਲੇ ਗਏ, ਪਤਾ ਹੀ ਨਹੀਂ ਕਿਸ ਤਰ੍ਹਾਂ ਇਹ ਬਣਿਆ ਮਾਹੌਲ। ਲੇਕਿਨ ਜਦੋਂ ਤੁਸੀਂ ਉਹ ਜਥੇਬੰਦੀ 'ਚ ਕੰਮ ਕਰਦੇ ਹੋ, ਤੁਹਾਡੇ ਤੇ ਜ਼ਿੰਮੇਵਾਰੀਆਂ ਹੁੰਦੀਆਂ। ਫਿਰ ਪੰਜਾਬ ਯੂਨੀਵਰਸਿਟੀ 'ਚ ਮੈਨੂੰ ਬੜਾ ਮਤਲਬ ਲੋਕਾਂ ਦਾ ਸਹਿਯੋਗ ਪਿਆਰ ਮਿਲਿਆ। ਮੈਂ 2 ਵਾਰ ਇਲੈਕਟਿਡ ਪ੍ਰੈਜ਼ੀਡੈਂਟ ਰਿਹਾ, ਹਾਈਐਸਟ ਮਾਰਜਨ ਨਾਲ ਜਿੱਤਿਆ। ਔਰ 2004 'ਚ ਮੈਂ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ 'ਚ ਇਕਲੌਤਾ ਮਤਲਬ ਸਟੂਡੈਂਟ ਸੀ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਸੀ ਲਾਅ, ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ ਵੀ ਸਿਲੈਕਟਡ ਤੇ ਨਾਲ ਗ੍ਰੈਜੂਏਟ ਕੌਂਸਟੀਟਿਊਂਸੀ 'ਚੋਂ ਮੈਂ ਸੈਨੇਟ ਦਾ ਮੈਂਬਰ ਵੀ ਬਣ ਗਿਆ ਸੀ ਜੀ। ਇਹ ਮਤਲਬ ਇਹ ਆਪਣੇ ਆਪ ਹੀ ਹੋਇਆ, ਪਤਾ ਨਹੀਂ ਕਿਤਨਾ। ਹਾਂ ਮਿਹਨਤ ਅਸੀਂ ਬਹੁਤ ਕਰਦੇ ਸੀ। ਸੋ ਰਾਜਨੀਤਿਕ ਪਾਰਟੀ ਦੀ ਸਪੋਰਟ ਰਹੀ ਹੈ ਉਦੋਂ? ਫਿਰ ਨਹੀਂ, ਸਾਡੇ ਟਾਈਮ ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਪੂਸੂ ਔਰ ਸਟੂਡੈਂਟ ਆਰਗੇਨਾਈਜੇਸ਼ਨ ਆਫ ਪੰਜਾਬ ਯੂਨੀਵਰਸਿਟੀ, 2 ਨਾਨ ਪੋਲੀਟੀਕਲ ਬੈਕਗ੍ਰਾਉਂਡ ਦੀ ਸਟੂਡੈਂਟ ਜਥੇਬੰਦੀਆਂ ਹੁੰਦੀਆਂ ਸੀ। ਕੋਈ ਸਿੱਧੇ ਤੌਰ ਤੇ ਰਾਜਨੀਤਿਕ ਦਖਲਅੰਦਾਜ਼ੀ ਕਿਸੇ 'ਚ ਨਹੀਂ ਹੁੰਦੀ। ਬਸ ਉਸ ਤੋਂ ਬਾਅਦ ਤੁਹਾਨੂੰ ਪਤਾ ਸੈਨੇਟ 'ਚ ਆਉਣ ਤੋਂ ਬਾਅਦ 8 ਸਾਲ ਮੈਂ ਸੈਨੇਟ ਦਾ ਮੈਂਬਰ ਰਿਹਾ, ਜਿਹਦੇ 3 ਲੱਖ ਤੋਂ ਵੱਧ ਵੋਟਰ ਹੈ। ਪੰਜਾਬ, ਹਰਿਆਣਾ, ਹਿਮਾਚਲ ਬੜਾ ਵੱਡਾ ਇਲੈਕਸ਼ਨ ਹੁੰਦਾ ਹੈ। ਤੇ ਜਿਸ ਤਰ੍ਹਾਂ ਤੁਸੀਂ ਪੈਂਦੇ ਜਾਂਦੇ ਹੋ, ਤੁਹਾਡੇ ਤੇ ਜ਼ਿੰਮੇਵਾਰੀਆਂ ਵੱਧਦੀਆਂ ਜਾਂਦੀਆਂ। ਬੀਜੇਪੀ 'ਚ ਜੁਆਇਨ ਕਰਨ ਦਾ ਤੇ ਸਬਬ ਇਸ ਤਰ੍ਹਾਂ ਬਣਿਆ ਵੀ ਸਾਡੇ ਇੱਕ ਪੁਰਾਣੇ ਸਾਬਕਾ ਸਟੂਡੈਂਟ ਲੀਡਰ ਰਾਜੀਵ ਪ੍ਰਤਾਪ ਰੂਡੀ, ਜਿਹੜੇ ਸੈਂਟਰ 'ਚ ਵਜ਼ੀਰ ਵੀ ਰਹੇ ਆ ਭਾਜਪਾ ਦੇ ਵਿਆਹ, ਉਹ ਸਾਡੀ ਸਟੂਡੈਂਟ ਯੂਨੀਅਨ ਦੇ ਲੀਡਰ ਰਹੇ। ਮੇਰਾ ਉਹਨਾਂ ਨਾਲ ਬੜਾ ਪਿਆਰ ਸੀ ਨਿੱਜੀ ਤੌਰ ਤੇ, ਅੱਜ ਵੀ ਹੈਗਾ। ਉਹਨਾਂ ਨੇ ਮੈਨੂੰ ਇੱਕ ਵਾਰ ਕਿਹਾ, ਕਹਿੰਦਾ ਯਾਰ आप पॉलिटिक्स क्यों नहीं करते, आपका इतना अच्छा स्टूडेंट पॉलिटिक्स में इन्वॉल्वमेंट रही है, इतना अच्छा आप किया है। वो उन्होंने थ्रू मतलब यारी दोस्ती में भाजपा च गया, अनुराग ठाकर जी उन्होंने टीम च, और मेरी एंट्री नेशनल लेवल ते हुई है, बीजेपी भी स्टेट लेवल ते नहीं है जी। लेकिन जदों बीजेपी च भी मैं बड़ा डिफरेंट कैपेसिटी ते काम किया, उत्तराखंड का इंचार्ज रहा मैं यूथ विंग का, हरियाणे का इंचार्ज रहा यूथ विंग बीजेपी का, स्पोक्स परसन रहा, फिर मैं स्टेट जनरल सैकटरी सी, और 2019 ਚ ਕੋਰ ਗਰੁੱਪ ਪੰਜਾਬ ਭਾਜਪਾ ਚ ਇਕਲੌਤਾ ਸਿੱਖ ਚਿਹਰਾ ਸੀ। ਲੇਕਿਨ ਜਦੋਂ ਕਾਲੇ ਕਾਨੂੰਨ ਆਏ, ਐਂਟੀ ਫਾਰਮਰ ਜਦੋਂ ਬਿੱਲ ਮੋਦੀ ਸਾਹਿਬ ਦੀ ਸਰਕਾਰ ਲੈ ਗਈ, ਉਹਦੇ ਵਿਰੋਧ ਚ ਮੈਂ ਸਭ ਤੋਂ ਪਹਿਲਾਂ ਭਾਜਪਾ ਤੋਂ ਰਿਜ਼ਾਈਨ ਕੀਤਾ। ਔਰ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਮੈਂ ਤੁਹਾਡੀ ਗੱਲ ਕਰਦਾ। ਵਿਰੋਧੀ ਕਹਿੰਦੇ ਨੇ ਬੀਜੇਪੀ ਦੀ ਸੈਕੰਡ ਬੀ ਟੀਮ ਹੈ ਆਮ ਆਦਮੀ ਪਾਰਟੀ। ਤੁਸੀਂ ਬੀਜੇਪੀ ਦੇ ਵਿੱਚ ਵੀ ਤੁਸੀਂ ਦੱਸਿਆ ਤੁਹਾਡੀ ਸੈਂਟਰ ਲੈਵਲ ਤੇ ਤੁਹਾਡੀ ਜਿਹੜੀ ਐਂਟਰੀ ਹੁੰਦੀ ਹੈ, ਫਿਰ ਆਮ ਆਦਮੀ ਪਾਰਟੀ ਦੇ ਵਿੱਚ ਵੀ ਸੈਂਟਰ ਲੈਵਲ ਤੇ ਤੁਹਾਡੀ ਐਂਟਰੀ ਹੁੰਦੀ ਹੈ, ਹੈਗੀ ਅੰਦਰ ਖਾਤੇ ਚੁੱਪ ਹੌਲੀ ਜਿਹੀ ਮੈਨੂੰ ਦੱਸ ਦਿਓ। ਜਦੋਂ ਮੈਂ ਗਿਆ ਉਦੋਂ ਤੇ ਆਮ ਆਦਮੀ ਪਾਰਟੀ ਦਾ ਜਨਮ ਵੀ ਨਹੀਂ ਹੋਇਆ ਸੀ, 2010 ਦੀ ਗੱਲ ਹੈ। ਆਮ ਆਦਮੀ ਪਾਰਟੀ ਤੇ 12-13 ਚ ਬਣਦੀ ਹੈ ਨਾ, ਇਸ ਕਰਕੇ। ਦੂਜੀ ਗੱਲ, ਆਮ ਆਦਮੀ ਪਾਰਟੀ ਹੀ ਇਕਲੌਤੀ ਇਸ ਟਾਈਮ ਦੇਸ਼ ਪਾਰਟੀ ਹੈ ਜਿਹੜੀ ਮੋਦੀ ਸਾਹਿਬ ਦੀ ਤਾਨਾਸ਼ਾਹੀ ਦੇ ਖਿਲਾਫ ਡਟ ਕੇ ਲੜਾਈ ਲੜ। ਬੀਜੇਪੀ ਦੀ ਬੀ ਟੀਮ ਹੈਗੀ ਹੈ ਨਹੀਂ, ਕਿਤਨਾ ਬੀਜੇਪੀ ਦੀ ਬੀ ਟੀਮ ਹੋ ਜਾਊਗੀ? ਇਹ ਤੇ ਦੇਖੋ ਮੈਂ ਤਾਂ ਕੀ ਆ, ਜਦੋਂ ਕੋਈ ਸਵਾਲ ਖੜਾ ਕਰਨ ਨੂੰ ਤੁਹਾਡੇ ਕੋਲ ਹੈ ਨਹੀਂ, ਸਾਡੇ ਵਿਰੋਧੀਆਂ ਕੋ, ਉਦੋਂ ਕਹਿ ਦੇਣਗੇ ਬੀਜੇਪੀ ਦੀ ਬੀ ਟੀਮ ਹੈ। ਮੈਂ ਪੁੱਛਣਾ ਚਾਹੁੰਦਾ, ਇਸ ਟਾਈਮ ਸਭ ਤੋਂ ਵੱਧ ਗੁੱਥਮ ਗੁੱਥਾ ਤੇ ਸਭ ਤੋਂ ਵੱਧ ਝਗੜਾ ਸਾਡਾ ਭਾਜਪਾ ਨਾਲ। ਅੱਜ ਦੇਸ਼ 'ਚ ਮੋਦੀ ਸਾਹਿਬ ਦੀ ਤਾਨਾਸ਼ਾਹੀ ਦੇ ਖਿਲਾਫ ਅਗਰ ਕਿਸੇ ਦੀ ਆਵਾਜ਼ ਗੂੰਜਦੀ ਹੈ ਤੇ ਅਰਵਿੰਦ ਕੇਜਰੀਵਾਲ ਜੀ ਦੀ ਗੂੰਜਦੀ। ਉਹਨਾਂ ਦੀ ਡਿਕਟੋਰੀਅਲ ਜਿਹੜੀ ਪੋਲਿਟਿਕਸ ਹੈ ਉਹਦੇ ਖਿਲਾਫ ਆਮ ਆਦਮੀ ਪਾਰਟੀ ਤੇ ਲੜਾਈ ਲੜ ਰਹੀ ਹੈ ਕਾਂਗਰਸ ਤੇ। ਕਿਤੇ ਦੇਖੀ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਤੋਂ ਵਿਰੋਧੀ ਕਹਿੰਦੇ ਜਦੋਂ ਬੋਲਦੇ ਨਹੀਂ, ਕੱਲ ਮੈਂ 1-2 ਲੀਡਰ ਦੀ ਇੰਟਰਵਿਊ ਕੀਤੀ, ਕਹਿੰਦੇ ਜੀ ਤੁਸੀਂ ਜੰਮੂ ਕਸ਼ਮੀਰ ਵੇਲੇ ਨਹੀਂ ਬੋਲੇ ਅਰਵਿੰਦ ਕੇਜਰੀਵਾਲ, ਹੋਰ ਬਹੁਤ ਮੁੱਦੇ ਨੇ ਨਹੀਂ ਬੋਲਦੇ। ਅਰਵਿੰਦ ਕੇਜਰੀਵਾਲ ਜੀ ਹਮੇਸ਼ਾ ਉਸ ਇਸ਼ੂਜ਼ ਤੇ ਬੋਲਦੇ ਆ ਜਿੱਥੇ ਲੋੜ ਹੋਵੇ, ਔਰ ਖਾਸ ਕਰ
ਬੋਲਦੇ ਹੀ ਮੋਦੀ ਸਾਹਿਬ ਦੀਆਂ ਪਾਲਿਸੀਆਂ ਦੇ ਖਿਲਾਫ ਹੈ। ਹੁਣ ਗੁਜਰਾਤ 'ਚ ਹੈ, ਗੁਜਰਾਤ 'ਚ ਕੌਣ ਫਾਈਟ ਕਰ ਰਿਹਾ ਬੀਜੇਪੀ ਦੇ 27 ਸਾਲ ਦੇ ਕਰਪਟ ਰੂਲ ਦੇ ਖਿਲਾਫ? ਆਮ ਆਦਮੀ ਪਾਰਟੀ। ਪੰਜਾਬ 'ਚ ਆਮ ਆਦਮੀ ਪਾਰਟੀ, ਹਿਮਾਚਲ 'ਚ ਆਮ ਆਦਮੀ ਪਾਰਟੀ ਜੀ। ਹੁਣ ਦੇਖੋ, ਜਦੋਂ ਡੈਮੋਕ੍ਰੇਸੀ 'ਚ ਵਿਰੋਧੀ ਧਿਰ ਨਹੀਂ ਹੋਊਗਾ ਤੇ ਸੱਤਾ ਧਾਰੀ ਜਿਹੜੀ ਪਾਰਟੀ ਹੈ ਉਹਨੇ ਤਾਨਾਸ਼ਾਹੀ ਵੱਲ ਵਧਣਾ ਹੀ ਵਧਣਾ। ਔਰ ਜਿਸ ਤਰੀਕੇ ਨਾਲ ਕਾਂਗਰਸ ਦੀ ਐਗਜ਼ਿਸਟੈਂਸ ਖਤਮ ਹੁੰਦੀ ਜਾ ਰਹੀ, ਖਾਸ ਕਰ ਉਹਨਾਂ ਦੀ ਲੀਡਰਸ਼ਿਪ ਕ੍ਰਾਈਸਿਸ ਹੈ, ਔਰ ਉਹ ਸੜਕਾਂ ਤੇ ਲੜਨ ਜੋਗੇ ਜਿਸ ਤਰ੍ਹਾਂ ਉਹਨਾਂ ਦੀ ਜਿਹੜੀ ਫਾਈਟਿੰਗ ਸਪਿਰਿਟ ਹੈ ਖਤਮ ਹੈ, ਤੇ ਇਸ ਟਾਈਮ ਇਕਲੌਤੀ ਆਵਾਜ਼ ਗੂੰਜ ਰਹੀ ਹੈ ਮੁਲਕ 'ਚ। ਮੈਂ ਫੇਰ ਕਹਿ ਰਿਹਾ, ਕਈ ਤੇ ਕੇਜਰੀਵਾਲ ਜੀ ਦੀ ਕਾਂਸਬ, ਕਈ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਉੱਥੇ ਜਾ ਕੇ ਜਿੱਥੇ ਕਾਂਗਰਸ ਦਾ ਨੁਕਸਾਨ ਕਰ ਰਹੀ ਹੈ ਆਮ ਆਦਮੀ ਪਾਰਟੀ, ਬੀਜੇਪੀ ਨੂੰ ਫਾਇਦਾ। ਮੇਰੀ ਗੱਲ ਸੁਣੋ, 27 ਸਾਲ ਹੋ ਗਏ ਬੀਜੇਪੀ ਨੂੰ ਗੁਜਰਾਤ 'ਚ, ਤੇ 27 ਸਾਲ ਤੋਂ ਕਿਹੜਾ ਆਮ ਆਦਮੀ ਪਾਰਟੀ ਸੀ ਉੱਥੇ? ਫਿਰ ਬੀਜੇਪੀ ਜਿੱਤ ਕਿਉਂ ਨਹੀਂ ਗਈ? ਕਾਂਗਰਸ ਕਿਉਂ ਨਹੀਂ ਜਿੱਤ ਗਈ? 27 ਸਾਲ ਤੋਂ ਭਾਜਪਾ ਕਾਂਗਰਸ ਨੂੰ ਉੱਥੇ ਹਰਾ ਰਹੀ ਆ, ਆਮ ਆਦਮੀ ਪਾਰਟੀ ਹੈ ਨਹੀਂ ਸੀ ਨਾ, ਤੇ ਫਿਰ ਕਾਂਗਰਸ ਨੂੰ ਕੌਣ ਹਰਾ ਰਿਹਾ ਸੀ ਉੱਥੇ? ਤੇ ਜਦੋਂ ਕਾਂਗਰਸ ਉੱਥੇ ਲੜ ਹੀ ਨਹੀਂ ਪਾ ਰਹੀ, ਤੇ ਉੱਥੇ ਜੇ ਆਮ ਆਦਮੀ ਪਾਰਟੀ ਆ ਕੇ ਫਾਈਟ ਦੇ ਰਹੀ ਹੈ ਤੇ ਕਹਿਣਗੇ ਜੀ ਇਹ ਕਾਂਗਰਸ ਨੂੰ ਖਤਮ ਕਰ। ਹਰ ਥਾਂ ਯੂਪੀ 'ਚ ਕੀ ਹੋਇਆ? ਯੂਪੀ 'ਚ ਆਮ ਆਦਮੀ ਪਾਰਟੀ ਕਦੋਂ ਆਈ ਆ? ਹੁਣ ਆਈ ਹੈ ਨਾ, ਇੱਕ ਇਲੈਕਸ਼ਨ ਲੜਿਆ ਸੀ, ਕਾਂਗਰਸ ਹੀ ਸੱਤਾ 'ਚ ਰਹੀ ਹੈ, ਤੇ ਉੱਥੇ ਭਾਜਪਾ ਲਗਾਤਾਰ ਜਿੱਤ ਰਹੀ ਹੈ। ਪਿਛਲੇ ਕਈ 2 ਟਰਮਾਂ ਤੇ ਯੋਗੀ ਜੀ ਨੂੰ ਹੋ ਗਈਆਂ। ਇਸੇ ਤਰੀਕੇ ਨਾਲ ਮੱਧ ਪ੍ਰਦੇਸ਼ 'ਚ ਹੋਇਆ। ਸੋ ਇਹ ਕਹਿਣਾ ਵੀ ਸਿਰਫ ਤੇ ਸਿਰਫ ਕਾਂਗਰਸ ਨੂੰ ਖਤਮ ਕਰ ਲਈ ਆਮ ਆਦਮੀ ਪਾਰਟੀ, ਇਹ 27 ਸਾਲ ਤੋਂ ਗੁਜਰਾਤ 'ਚ ਕਾਂਗਰਸ ਨੂੰ ਕਿੰਨੇ ਖਤਮ ਕੀਤਾ? ਦੱਸ ਦੇ ਕਾਂਗਰਸ। ਆਮ ਆਦਮੀ ਪਾਰਟੀ ਤੇ ਹੈ ਹੀ ਨਹੀਂ ਸੀ ਉਦੋਂ ਦੀ। ਕੀ ਲੱਗਦਾ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੁਜਰਾਤ ਜਾਂਦੇ ਨੇ, ਉਹ ਕਹਿੰਦੇ ਜੀ ਪਿਛਲੇ 70 ਸਾਲਾਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਕੋਈ ਕੰਮ ਨਹੀਂ ਕੀਤਾ ਜਿਹੜੇ ਅਸੀਂ ਕੁਝ ਮਹੀਨਿਆਂ 'ਚ ਕਰਦਾ। ਇੱਧਰੋਂ ਵਿਰੋਧੀ ਪਾਰਟੀ ਹੈ ਕਾਂਗਰਸ, ਉਹ ਕਹਿੰਦੇ ਜੀ ਸਾਨੂੰ 10 ਦਿਨ ਕੀਤਾ ਕੀ ਹੈ? ਪਿਛਲੇ 70 ਸਾਲਾਂ ਦੇ ਵਿੱਚ ਜੋ ਅਸੀਂ ਕੰਮ ਕੀਤੇ ਆ 7 ਮਹੀਨਿਆਂ 'ਚ ਕੀ ਕੀਤਾ ਆਮ ਆਦਮੀ ਪਾਰਟੀ ਤੇ ਸਾਨੂੰ 10 ਦਿਨ। ਚੰਡੀਗੜ੍ਹ ਦੀ ਗੱਲ ਹੋਵੇ, ਹੋਰ ਕਈ ਜਿਹੜੀਆਂ ਪਾਲਿਸੀਆਂ ਦੀ ਗੱਲ ਹੋਵੇ, ਉਹ ਸਾਰੀ ਅਸੀਂ ਲੈ ਕੇ ਆਏ ਹਾਂ। ਚੰਡੀਗੜ੍ਹ ਵਾਲਾ ਉਰਤੇ ਮੇਰੇ ਕੋਲ ਡਿਟੇਲ 'ਚ ਜਵਾਬ ਲਿਓ, ਟੈਕਨੀਕਲ ਜਵਾਬ ਦਊਂਗਾ, ਸਹੀ ਦਊਂਗਾ ਸਟੋਰੀ। ਪਹਿਲਾਂ ਇਹ ਦੱਸ ਦਿਓ ਵੀ ਕੀਤਾ ਕੀ ਆ। ਇਹਨਾਂ ਦੀ ਤੇ ਮਨਮਰਜ਼ੀਆਂ ਨਾਲ ਇੱਕ ਐਮਐਲਏ 10 ਪੈਨਸ਼ਨਾਂ ਲੈ ਰਿਹਾ ਸੀ, 8 ਪੈਨਸ਼ਨ ਲੈ, ਮਾਨ ਸਾਹਿਬ ਨੇ ਬੰਦ ਕਰਾਈ। ਪੰਜਾਬ 'ਚ ਇਹ ਆਮ ਗੱਲ ਚਰਚਾ ਹੋ ਗਈ ਸੀ ਵੀ ਸੱਤਾ 'ਚ ਆਵਾਂਗੇ, ਰਾਜ ਭੋਗਾਂਗੇ, ਤੇ ਨਾਲੇ ਜਿਹੜੇ ਰਿਸੋਰਸ ਹੈ ਸੂਬੇ ਦੇ, ਜਿਹੜੇ ਸਰਮਾਏ ਆ, ਉਹਨਾਂ ਤੇ ਲੁੱਟ ਸੁੱਟ ਕਰਾਂਗੇ। ਆਮ ਚਾਹੇ ਉਹ ਰੇਤ ਹੈ, ਟਰਾਂਸਪੋਰਟ ਹੈ, ਜ਼ਮੀਨਾਂ ਹੈ। 10,000 ਏਕੜ ਤੋਂ ਵੱਧ ਜ਼ਮੀਨਾਂ ਮਾਨ ਸਾਹਿਬ ਦੀ ਸਰਕਾਰ ਨੇ ਛਡਾਈਆਂ, ਔਨ ਰਿਕਾਰਡ ਗੱਲਾਂ ਹੈ। ਇਹ ਰਿਵਾਇਤ ਬਦਲੀ ਆ। ਮਾਨ ਸਾਹਿਬ ਦੀ ਸਰਕਾਰ ਨੇ ਟਰਾਂਸਪੋਰਟ, ਰੇਤ ਤੇ ਜਿਹੜੀ ਮੋਨੋਪੋਲੀ ਸੀ, ਐਕਸਾਈਜ਼ ਡਿਪਾਰਟਮੈਂਟ ਤੇ ਜਿਹੜੀ ਮੋਨੋਪੋਲੀ ਸੀ, ਜਿਹੜੀ ਇੱਕ ਕੁਝ ਘਰਾਣੇ ਆਪਸ ਸਿੰਡੀਕੇਟ ਬਣਾ ਕੇ ਆਪਸ ਹੀ ਵੰਡ ਲੈਂਦੇ ਸੀ, ਆਮ ਬੰਦੇ ਦੀ ਪਹੁੰਚ ਤੋਂ ਦੂਰ ਸੀ, ਉਸ ਮੋਨੋਪੋਲੀ ਨੂੰ ਤੋੜਿਆ। ਮਾਨ ਸਾਹਿਬ ਦੀ ਸਰਕਾਰ ਨੇ ਆ ਕੇ ਇੱਕ ਜਿਹੜਾ ਨੈਕਸਸ ਬਣਿਆ ਹੈ ਕਰਪਟ ਰਜੀਮ ਦਾ, ਇੱਕ ਬਿਊਰੋਕ੍ਰੇਸੀ ਔਰ ਪੋਲੀਟੀਕਲ ਲੋਕਾਂ ਦਾ, ਉਸ ਨੈਕਸਸ ਨੂੰ ਤੋੜਿਆ। ਬਹੁਤ ਹੱਦ ਤੱਕ ਕਰਪਸ਼ਨ ਤੇ ਲਗਾਮ ਲੱਗੀ ਹੈ। ਮਾਨ ਸਾਹਿਬ ਦੀ ਸਰਕਾਰ ਨੇ ਆ ਕੇ ਆਮ ਸਧਾਰਨ ਪਰਿਵਾਰ ਨੂੰ, ਆਮ ਸਧਾਰਨ ਪਰਿਵਾਰ ਚੋਂ ਆਏ ਨੌਜਵਾਨਾਂ ਨੂੰ, ਮੁੰਡੇ ਕੁੜੀਆਂ ਨੂੰ ਇੰਪਾਵਰਮੈਂਟ ਦਿੱਤੀ ਆ। ਨਹੀਂ ਤੇ ਪਿਛਲੇ 70-75 ਸਾਲਾਂ ਦੀ ਜਿਹੜੀ ਇਹ ਕਹਿੰਦੇ ਨਾ 70-75 ਸਾਲ, ਮੈਂ ਇਹਨਾਂ ਦੀ ਗੱਲ ਆਪਾਂ ਕੀ ਸੁਣਦੇ ਸੀ? ਬਾਦਲ ਪਰਿਵਾਰ, ਕੈਰੋਂ ਪਰਿਵਾਰ, ਬੇਅੰਤ ਸਿੰਘ ਪਰਿਵਾਰ, ਬਾਜਵਾ ਪਰਿਵਾਰ, ਭੱਠਲ ਪਰਿਵਾਰ, ਇਹੀ ਪਰਿਵਾਰ ਹੀ ਸੀ ਨਾ। ਆਪਣਾ ਤੋਤਾ ਸਿੰਘ ਦਾ ਪਰਿਵਾਰ, ਮਲੂਕਾ ਸਾਹਿਬ ਦਾ ਪਰਿਵਾਰ, ਚੰਨੂ ਮਾਜਰਾ ਜੀ ਦਾ ਪਰਿਵਾਰ। ਕੰਗ ਸਾਹਿਬ ਇਹ ਪਰਿਵਾਰਾਂ ਦੀ ਕੁਝ ਮਿਲੇ ਤਾਂ ਬਾਕੀ ਪਾਰਟੀਆਂ ਦੇ ਵਿੱਚੋਂ ਹੀ ਆਏ ਹੋਏ ਨਾ, ਆਮ ਆਦਮੀ ਪਾਰਟੀ ਦੇ ਵਿੱਚ ਵੀ ਆਏ ਆ। ਬਿਲਕੁਲ ਉਹ ਵੀ ਕਰਪਟ ਦਾ ਸੀਗੇ ਨਾ। ਮੈਂ ਕਹਿੰਦਾ ਵੀ ਜਿਹੜੇ ਕੋਈ ਦਾਗੀ ਹੋਣਗੇ, ਤੇ ਹੁਣ ਚੱਲ ਰਹੀ ਹੈ ਨਾ ਕੰਪੇਨ ਇਸ ਟਾਈਮ, ਵਿਜੀਲੈਂਸ ਨੂੰ ਇੰਡੀਪੈਂਡੈਂਟ ਕੀਤਾ ਹੋਇਆ। ਜੇ ਸਾਡੇ 'ਚ ਵੀ ਹੋਣਗੇ ਤਾਂ ਛੱਡਣਾ ਉਹ ਵੀ ਨਹੀਂ, ਔਰ ਛੱਡਿਆ ਵੀ ਨਹੀਂ। ਪਹਿਲਾਂ ਮੰਤਰੀ ਬਾਹਰ ਕੀਤਾ ਹੀ ਆ ਮੀਟਿੰਗਾਂ ਜਿਨ੍ਹਾਂ ਨੂੰ। ਮੇਰੀ ਗੱਲ, ਸਾਡੇ 'ਚੋਂ ਮੋਸਟਲੀ ਆਮ ਸਧਾਰਨ ਪਰਿਵਾਰਾਂ 'ਚੋਂ ਜਿੱਤ ਕੇ ਨੌਜਵਾਨ ਆਏ ਆ, ਜਿਨ੍ਹਾਂ ਦੀ ਕੋਈ ਪੋਲੀਟੀਕਲ ਬੈਕਗ੍ਰਾਉਂਡ ਨਹੀਂ। ਹਾਂ, ਕੁਝ ਸੀਟਾਂ ਤੇ ਜ਼ਰੂਰ ਜਿੱਥੇ ਸਾਨੂੰ ਉਸ ਟਾਈਮ ਉਸ ਵਿਨੇਬਿਲਿਟੀ 'ਚ ਕੈਂਡੀਡੇਟ ਨਹੀਂ ਮਿਲਿਆ, ਤੇ ਡੈਫੀਨੇਟਲੀ ਆਏ ਆ। ਲੇਕਿਨ ਅਸੀਂ ਉਹਨਾਂ ਦੀ ਪਹੁੰਚਾਣ ਕੀਤੀ ਆ ਉਸ ਟਾਈਮ ਕਿ ਇਹਨਾਂ ਤੇ ਕੋਈ ਐਲੀਗੇਸ਼ਨ ਨਾ ਹੋਣ, ਸੀਰੀਅਸ ਐਲੀਗੇਸ਼ਨ ਨਾ ਹੋਣ। ਕੋਈ ਸੁਖਪਾਲ ਸਿੰਘ ਖਹਿਰਾ ਬਹੁਤ ਵੱਡੇ ਇਲਜ਼ਾਮ ਲਾਉਂਦੇ ਆ ਤੁਹਾਡੇ ਤੇ, ਤੁਹਾਡੀ ਪਾਰਟੀ ਤੇ ਇਲਜ਼ਾਮ ਲਾਉਂਦੇ ਨੇ। ਉਹ ਕਹਿੰਦੇ ਜੀ ਕਰਦੇ ਕੁਛ ਨਹੀਂ, ਕੱਲ ਫੈਸਲਾ ਲੈਂਦੇ ਨੇ, ਦੂਸਰੇ ਦਿਨ ਵਾਪਸ ਲੈ ਲੈਂਦੇ ਨੇ। 28 FIR ਰਜਿਸਟਰ ਕੀਤੀਆਂ ਹੁਣ ਤੱਕ। ਕਿਹੜਾ ਕਰਪਸ਼ਨ, ਛੋਟੇ ਮੁਲਾਜ਼ਮ ਫੜੀ ਜਾਂਦੇ ਆ, ਵੱਡੇ ਕਿਸੇ ਨੂੰ ਫੜਿਆ? ਖਹਿਰਾ ਸਾਹਿਬ ਦੀ ਮੁਲਾਜ਼ਮ ਦੀ ਛੱਡੋ, ਖਹਿਰਾ ਸਾਹਿਬ ਜਿਸ ਪਾਰਟੀ 'ਚ ਹੋਣਾ ਹੈ, ਪਤਾ ਨਹੀਂ, ਵੈਸੇ ਤਾਂ ਪਹਿਲਾਂ ਦੂਜੀਆਂ ਪਾਰਟੀਆਂ 'ਚ ਵੀ ਰਹੇ ਆ। ਹੁਣ ਤੁਹਾਨੂੰ ਪਤਾ ਪਾਰਟੀ ਦੇ 4 ਮੰਤਰੀ ਇਸ ਟਾਈਮ ਅੰਦਰ ਭਾਰਤ ਭੂਸ਼ਣ ਆਸ਼ੂ, ਔਰ ਜਿਹੜੇ ਧਰਮਸੋਤ ਸਾਹਿਬ, ਦੂਜੇ ਆਪਣੇ ਸ਼ਿਆਮ ਸੁੰਦਰ ਅਰੋੜਾ ਜੀ,
ਤੇ ਕਿੰਨੇ ਮਤਲਬ ਹਜੇ ਕਿੰਨੇ ਲਾਈਨ 'ਚ ਲੱਗੇ ਹੋਏ ਆ ਜਿਨ੍ਹਾਂ ਤੇ ਇਨਕੁਆਰੀਆਂ ਖੁੱਲੀਆਂ ਹੋਈਆਂ। ਇਸ ਸੋਨੀ ਸਾਹਿਬ ਦੀ ਹੋ ਰਹੀ ਹੈ ਪੇਸ਼ੀ। ਸੋ ਇਹ ਨਾ ਕਹਿਣ ਵੀ IAS ਅਫਸਰ ਵੀ ਅੰਦਰ ਗਏ ਆ, IPS ਤੇ ਵੀ ਕਾਰਵਾਈ ਹੋਈ ਆ। ਪਹਿਲਾਂ ਕੋਈ ਮਾੜਾ ਮੋਟਾ ਥੱਲੇ ਕਲਰਕ ਫੜ ਕੇ ਛੱਡ ਦਿੰਦੇ। ਤਹਿਸੀਲਦਾਰ, ਕਿੰਨੇ ਤਹਿਸੀਲਦਾਰਾਂ ਤੇ ਕਾਰਵਾਈਆਂ ਹੋਈਆਂ। ਇਸ ਕਰਕੇ ਇਹ ਨਹੀਂਗਾ ਅਸੀਂ ਕਾਰਵਾਈ, ਅਸੀਂ ਉਹਨੂੰ ਇਹ ਨਹੀਂ ਕਹਿ ਰਹੇ ਵੀ ਸਾਡਾ ਕੰਮ ਸਿਰਫ ਕਾਰਵਾਈ, ਲੇਕਿਨ ਪੰਜਾਬ ਦੀ ਸਰਮਾਇਆਂ ਦੀ ਲੁੱਟ ਖਸੁੱਟ ਲਈ ਕੋਈ ਵੀ ਜ਼ਿੰਮੇਵਾਰ ਵੱਡਾ ਤਾਕਤਵਰ ਬੰਦਾ ਹੋਵੇ ਚਾਹੇ ਛੋਟਾ ਹੋਵੇ, ਸਾਰਿਆਂ ਦੇ ਖਿਲਾਫ ਕਾਨੂੰਨ ਕੰਮ ਕਰਨ ਲੱਗ ਗਿਆ। ਪਹਿਲਾਂ ਸੈਟਿੰਗ ਹੋ ਜਾਂਦੀ ਸੀ, ਪਹਿਲਾਂ ਸੈਟਿੰਗ ਹੋ ਜਾਂਦੀ ਸੀ ਵੀ ਚਲ ਪਹਿਲਾਂ ਕਰਪਸ਼ਨ ਕੀਤੀ। ਦੇਖੋ ਖਹਿਰਾ ਸਾਹਿਬ ਨੂੰ ਮੈਂ ਦੱਸ ਦਿੰਦਾ, ਖਹਿਰਾ ਸਾਹਿਬ ਨੇ ਕੈਪਟਨ ਅਮਰਿੰਦਰ ਸਿੰਘ ਦੇ ਥਰੂ ਕਾਂਗਰਸ 'ਚ ਵਾਪਸੀ ਕੀਤੀ। ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਕਹਿੰਦੇ ਰਹੇ ਔਨ ਰਿਕਾਰਡ ਗੱਲਾਂ, ਮੇਰੇ ਕੋਲ ਸਾਰੇ ਮੰਤਰੀਆਂ ਦੀ ਕਹਿੰਦੇ ਫਾਈਲਾਂ ਆ ਜਿਨ੍ਹਾਂ ਨੇ ਲੁੱਟ ਖਸੁੱਟ ਕੀਤੀ, ਪਰ ਉਹ ਫਾਈਲਾਂ ਬਾਹਰ ਨਹੀਂ ਦਿੱਤੀਆਂ। ਕਿਉਂ ਨਹੀਂ ਦਿੱਤੀਆਂ? ਕਿਉਂਕਿ ਸੈਟਿੰਗ ਕਰ ਗਏ। ਮਾਨ ਸਾਹਿਬ ਨੇ ਸੈਟਿੰਗ ਨਹੀਂ ਕਰਨੀ, ਕੋਸ਼ਿਸ਼ ਤੇ ਮਾਨ ਸਾਹਿਬ ਨਾਲ ਵੀ ਕੀਤੀ ਸੀ। ਆ 27 ਸਾਲ ਤੋਂ ਦੱਬੇ ਬੰਗਲੇ ਸਰਕਾਰੀ, ਨਾ MLA ਨਾ MP ਮਾਨ ਸਾਹਿਬ ਨੇ ਛਡਵਾਏ ਆ। ਸੋ ਇਹ ਸੈਟਿੰਗ ਵਾਲਾ ਕੰਮ ਕਲਚਰ ਬੰਦ ਹੋ ਗਿਆ, ਹਿੱਸੇਦਾਰੀ ਵਾਲਾ ਕਲਚਰ ਬੰਦ ਹੋ ਗਿਆ। ਇਹ ਬਦਲਾਅ ਉਹ ਕਹਿੰਦੇ, ਨਾਲੇ ਇਹ ਵੀ ਕਹਿੰਦੇ ਜਿਸ ਤਰੀਕੇ ਨਾਲ ਵੱਡੇ ਵੱਡੇ ਫਲੈਕਸ ਬੋਰਡ ਲੱਗ ਚੁੱਕੇ ਨੇ, ਸਾਡੇ ਕੰਮ ਬੋਲਦੇ ਨੇ, ਕਹਿੰਦੇ ਆਉਣ ਵਾਲੇ ਦਿਨਾਂ 'ਚ ਅਸੀਂ RT ਪਾਵਾਂਗੇ, ਪਤਾ ਲੱਗੂ ਕਿੰਨਾ ਕਿੰਨਾ ਖਰਚਾ ਹੋਇਆ। ਅਸੀਂ ਜਵਾਬ ਦੇ ਆ। ਜਿਹੜੀ ਸਰਕਾਰ ਨੇ ਆਮ ਜਿਹੜਾ ਸਧਾਰਨ ਨਾਗਰਿਕ ਹੈ, ਗਰੀਬ ਬੰਦਾ ਹੈ, ਜੇ ਉਹਦੇ ਵੈਲਫੇਅਰ ਲਈ ਕੋਈ ਸਕੀਮ ਲਾਂਚ ਕੀਤੀ ਹੈ, ਕੋਈ ਯੋਜਨਾ ਲੈ ਕੇ ਆਂਦੀ ਹੈ, ਬਿਜਲੀ ਫ੍ਰੀ ਲੈ ਕੇ ਆਂਦੀ ਹੈ, ਕਿਸਾਨਾਂ ਨੂੰ MSP ਦੇਣ ਦੀ ਗੱਲ ਕੀਤੀ ਆ, ਸਿੱਧੀ ਬਿਜਾਈ ਤੇ ਇਨਸੈਂਟਿਵ ਦੀ ਗੱਲ ਕੀਤੀ ਆ, ਮੂੰਗੀ ਤੇ MSP ਦੇਣ ਦੀ ਗੱਲ ਕੀਤੀ ਹੈ, ਤੇ ਉਹਦਾ ਪ੍ਰਚਾਰ ਪ੍ਰਸਾਰ ਕਿਉਂ ਨਹੀਂ ਸਰਕਾਰ ਕਰੂਗੀ? ਕਰਾਂਗੇ। ਇਹ ਸਾਡੀ ਜ਼ਿੰਮੇਵਾਰੀ ਵੀ ਹੈ, ਸਾਡਾ ਫਰਜ਼ ਵੀ ਹੈ। ਕਹਿੰਦੇ ਸੀ ਵੀ ਅਸੀਂ ਬੋਰਡ ਨਹੀਂ ਲਾਵਾਂਗੇ। ਕਿਹੜੇ ਬੋਰਡ? ਜਿਹੜੇ ਵੱਡੇ ਫਲੈਕਸ। ਮੇਰੀ ਗੱਲ ਮੈਂ ਕਹਿੰਦਾ ਵੀ ਬੋਰਡ, ਉਹ ਬੋਰਡ ਨਹੀਂ ਕਿ ਵੀ ਚੰਨੀ ਸਾਹਿਬ ਨੇ ਕਿਹਾ 36,000 ਮੁਲਾਜ਼ਮ ਪੱਕੇ ਤੇ ਰਾਜਸਥਾਨ 'ਚ ਬੋਰਡ ਲਾਗੇ ਤੇ ਮੁਲਾਜ਼ਮ ਇੱਕ ਵੀ ਨਹੀਂ ਪੱਕਾ। ਹੁਣ ਮਾਨ ਸਾਹਿਬ ਨੇ 10,000 ਤੋਂ ਤਕਰੀਬਨ ਮੁਲਾਜ਼ਮ ਕੱਚੇ ਜਿਹੜੇ 36,000 ਚੋਂ ਪੱਕੇ ਕਰਤੇ ਆ ਤੇ 36,000 ਪੂਰੇ ਕਰਨੇ ਆ। 20,000 ਨਵੀਆਂ ਨੌਕਰੀਆਂ ਨੌਜਵਾਨਾਂ ਨੂੰ ਅਪਾਇੰਟਮੈਂਟਸ ਲੈਟਰ ਦੇਤੀਆਂ, ਗੱਲਾਂ ਨਹੀਂ ਕੀਤੀਆਂ ਬੋਰਡ ਲਵਾ ਕੇ। ਮਾਨ ਸਾਹਿਬ ਦੀ ਸਰਕਾਰ ਨੇ 16 ਪ੍ਰਿੰਸੀਪਲ, ਇਹਨਾਂ ਨੇ ਕਦੀ ਸੋਚਿਆ ਨਹੀਂ ਪ੍ਰਿੰਸੀਪਲ ਲਾਉਣੇ ਆ ਕਾਲਜਾਂ ਦੇ, ਖਾਲੀ ਪਈਆਂ। 96 ਤੋਂ ਬਾਅਦ ਗਵਰਨਮੈਂਟ ਕਾਲਜਾਂ 'ਚ ਲੈਕਚਰਾਰ ਨਹੀਂ ਲੱਗੇ। ਅੱਜ 645 ਪੋਸਟਾਂ ਹੁਣ ਕੱਢੀਆਂ ਸੀ ਇਹਨਾਂ ਨੇ। ਤੇ ਜਿਹੜੇ ਲਾਏ ਵੀ ਨਹੀਂ ਸੀ, ਕੱਚੇ ਪੱਕੇ ਨਹੀਂ ਕੀਤੇ ਤੇ ਕਾਲਜਾਂ 'ਚ ਲੈਕਚਰਾਰ ਭਰਤੀ ਕਰ ਲਏ, ਉਹ ਵੀ ਗਾਈਡਲਾਈਨ ਫੋਲੋ ਨਹੀਂ ਕੀਤੀਆਂ। ਉਹ ਹਾਈ ਕੋਰਟ ਨੇ ਉਹਨਾਂ ਤੇ ਵੀ ਰੋਕ ਲਾਤੀ। ਉਹ ਮੁਲਾਜ਼ਮ ਉਹਦੇ ਬੋਰਡ ਨਹੀਂ ਲਏ। ਅਸੀਂ ਜੋ ਕੀਤਾ ਆ ਉਹਦੇ ਬੋਰਡ, ਦੇਖੋ ਮੈਂ ਇਹ ਨਹੀਂ ਕਹਿੰਦਾ ਵੀ ਸਾਰਾ ਪੰਜਾਬ ਹੀ ਇਹੀ ਰੰਗਤਾ। ਹੋ ਸਕਦਾ ਕੁਝ ਥਾਵਾਂ ਤੇ ਕਿਸੇ ਸਰਕਾਰੀ ਅਦਾਰੇ ਨੇ ਲਾਏ, ਕੁਝ ਲੋਕ ਪ੍ਰਾਈਵੇਟ ਲੈਵਲ ਤੇ ਲਵਾ ਰਹੇ ਆ। ਕੋਈ ਮਾਨ ਸਾਹਿਬ ਵੱਲੋਂ ਇੰਸਟਰਕਸ਼ਨ ਨਹੀਂ, ਬੋਰਡ ਲੱਗਣੀ ਚਾਹੀਦੇ ਆ। ਲੇਕਿਨ ਉਹ ਪਰੰਪਰਾ ਕਿ ਪੰਜਾਬ 'ਚ ਕੱਚਾ ਕੋਈ ਪੱਕਾ ਹੋਇਆ ਨਹੀਂ ਤੇ ਬੋਰਡ ਉੱਥੇ ਰਾਜਸਥਾਨ ਤੱਕ ਲੱਗ ਜਾਂਦਾ। ਮੈਂ ਚੰਡੀਗੜ੍ਹ ਦੇ ਸਵਾਲ ਤੇ ਕੰਗ ਸਾਹਿਬ ਆਉਣਾ ਚਾਹੁੰਦਾ। ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ। ਅਗਰ ਉਹਨਾਂ ਨੇ ਚਿੱਠੀ ਲਿਖੀ ਹੈ, ਤੁਹਾਡਾ ਕੀ ਸਟੈਂਡ ਆ? ਤੇ ਅਗਲਿਆਂ ਨੇ ਤਾਂ ਹਰਿਆਣਾ ਵਾਲਿਆਂ ਨੇ ਤਾਂ ਉੱਥੇ ਆਪਦੀ ਜਿਹੜੀ ਜ਼ਮੀਨ ਹੈ ਉਹ ਵੀ ਦੇਖ ਲਈ ਹੈ, ਪ੍ਰੋਕਿਊਰ ਕਰ ਲਈ ਹੈ। ਆਮ ਆਦਮੀ ਪਾਰਟੀ ਦਾ ਕੀ ਸਟੈਂਡ ਹੈ? ਪਹਿਲਾਂ ਤੇ ਪ੍ਰਤਾਪ ਸਿੰਘ ਬਾਜਵਾ ਇਸ ਗੱਲ ਲਈ ਵੀ ਚਿੱਠੀ ਲਿਖ ਕੇ ਜਵਾਬ ਦੇਣ ਵੀ ਚੰਡੀਗੜ੍ਹ ਤੇ ਜਿਹੜਾ ਹਰਿਆਣਾ ਅਧਿਕਾਰ 'ਚ ਮਾਰਿਆ, ਇਹਦਾ ਗੁਨਾਹਗਾਰ ਕੌਣ ਹੈ? ਇਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਪੰਜਾਬ ਦੀ ਕੈਪੀਟਲ ਦੇ ਰੂਪ 'ਚ ਵਿਕਸਿਤ ਕੀਤੀ ਗਈ, ਡਿਵੈਲਪ ਕੀਤੀ ਗਈ। ਲੇਕਿਨ ਜਿਹੜਾ ਟੈਂਪਰੇਰੀ ਅਧਿਕਾਰ ਹਰਿਆਣੇ ਨੂੰ ਦਿੱਤਾ ਹੈ, ਉਹਦਾ ਗੁਨਾਹਗਾਰ ਕੌਣ ਹੈ? ਉਹਦਾ ਗੁਨਾਹਗਾਰ ਹੈ ਕਾਂਗਰਸ। 1966 'ਚ ਰੀਆਰਗੇਨਾਈਜੇਸ਼ਨ ਦੇ ਟਾਈਮ ਸੈਂਟਰ 'ਚ ਕਾਂਗਰਸ ਸਰਕਾਰ ਨੇ ਇੱਕ ਕੰਡੇ ਬੀਜੇ। ਬਾਜਵਾ ਸਾਹਿਬ ਨੇ ਉਹਦੇ ਖਿਲਾਫ ਕਿਉਂ ਨਹੀਂ ਚਿੱਠੀ ਲਿਖੀ? ਫਿਰ ਇੱਕ ਗੱਲ, ਰੀਆਰਗੇਨਾਈਜੇਸ਼ਨ ਐਕਟ ਸਪਸ਼ਟਤਾ ਨਾਲ ਇਹ ਕਹਿੰਦਾ ਹੈ ਵੀ ਜਿੰਨਾ ਚਿਰ ਹਰਿਆਣਾ ਆਪਣੀ ਕੈਪੀਟਲ ਡਿਵੈਲਪ ਨਹੀਂ ਕਰ ਲੈਂਦਾ, ਔਰ ਹਰਿਆਣੇ ਨੂੰ ਉਸ ਟਾਈਮ 'ਚ 5 ਕਰੋੜ ਰੁਪਏ ਤੋਂ ਵੱਧ ਦੀ ਰਕਮ ਦਿੱਤੀ ਸੀ ਸੈਂਟਰ ਸਰਕਾਰ ਨੇ ਵੀ ਤੁਸੀਂ ਡਿਵੈਲਪ ਕਰੋ ਕੈਪੀਟਲ। ਨਾਲ ਇਹ ਕਿਹਾ ਉਹਨਾਂ ਚਿਰ ਟੈਂਪਰੇਰੀ ਤੌਰ ਤੇ ਚੰਡੀਗੜ੍ਹ ਵਿਕਸਿਤ ਕਰੂਗਾ, ਔਰ ਪੰਜਾਬ 'ਚ ਜਿਹੜੀ ਸਰਕਾਰ ਆਊਗੀ ਉਹ ਟਾਈਮ ਟੂ ਟਾਈਮ ਇਹਨੂੰ ਪਰਸਿਊ ਕਰੂਗੀ ਵੀ ਸਾਨੂੰ ਵਾਪਸ ਦਿਓ। ਉਸ ਤੋਂ ਬਾਅਦ ਤਕਰੀਬਨ 27-28 ਸਾਲ ਪੰਜਾਬ ਔਰ ਸੈਂਟਰ 'ਚ ਕਾਂਗਰਸ ਦੀਆਂ ਸਰਕਾਰਾਂ ਰਹੀਆਂ। 24-25 ਸਾਲ ਬਾਦਲ ਸਾਹਿਬ ਦੀ, ਤੇ ਬਾਦਲ ਸਾਹਿਬ ਦੀ ਭਾਈਵਾਲੀ ਭਾਜਪਾ ਦੀ ਸਰਕਾਰ ਰਹੀ। ਜਾਂ ਉੱਥੇ ਭਾਈਵਾਲੀ ਰਹੀ, ਕਦੀ ਜਨਤਾ ਪਾਰਟੀ ਨਾਲ, ਕਦੀ ਭਾਜਪਾ ਨਾਲ। ਕਿਉਂ ਨਹੀਂ ਇਹਨਾਂ ਨੇ ਇਨੀਸ਼ੀਏਟਿਵ ਲਿਆ ਅੱਜ ਤੱਕ ਚੰਡੀਗੜ੍ਹ ਵਾਪਸ ਦਿਓ? ਪਾਰਲੀਮੈਂਟ ਦੀਆਂ ਦੋਨੋਂ ਜਿਹੜੇ ਹਾਊਸਸ ਹੈ ਉਹਨਾਂ ਨੇ ਯੂਨੈਨਿਮਸਲੀ ਰੈਜ਼ੋਲੂਸ਼ਨ ਪਾਇਆ ਵੀ ਚੰਡੀਗੜ੍ਹ ਪੰਜਾਬ ਦੀ ਕੈਪੀਟਲ, ਇਹਨੂੰ ਵਾਪਸ ਦਿੱਤੀ ਜਾਊਗੀ। ਕਿਉਂ ਨਹੀਂ ਪਰਸਿਊ ਕੀਤਾ? ਅਸੀਂ ਤਾਂ ਜੇ ਆਏ 8 ਮਹੀਨੇ ਆ,
ਸਾਨੂੰ ਤੇ 8 ਮਹੀਨੇ ਹੋ ਗਏ, ਇਹਨਾਂ ਨੂੰ 30 ਸਾਲ ਹੋ ਗਏ ਇਹਨਾਂ ਨੇ, ਔਰ ਇਹਨਾਂ ਦੀ ਸਾਨੂੰ ਤਾਂ ਸੈਂਟਰ ਕੋਆਪਰੇਟ ਨਹੀਂ ਕਰ ਰਿਹਾ। ਇਹ ਤਾਂ ਸੈਂਟਰ 'ਚ ਵਜ਼ੀਰੀਆਂ ਮਾਣਦੇ ਰਹੇ, ਬਾਦਲ ਸਾਹਿਬ ਦੇ ਪਰਿਵਾਰ ਵਾਲੇ ਲੋਕ, ਇੱਥੇ ਸਰਕਾਰ ਇਹਨਾਂ ਦੀ ਅਟਲ ਜੀ ਦੇ ਟਾਈਮ ਵੀ, ਮੋਦੀ ਸਾਹਿਬ ਦੇ ਟਾਈਮ ਵੀ, ਤੇ ਕਾਂਗਰਸ ਦੀ ਤੇ ਸੈਂਟਰ 'ਚ ਵੀ ਆਪਣੀ, ਤੇ ਇੱਥੇ ਗਿਆਨੀ ਜੈਲ ਸਿੰਘ ਜੀ ਤੋਂ ਲੈ ਕੇ ਬਾਕੀ ਸਾਰੀਆਂ ਸਰਕਾਰਾਂ ਰਹੀਆਂ, ਬੇਅੰਤ ਸਿੰਘ ਦੀ ਸਰਕਾਰ ਰਹੀ, ਸਾਰੀਆਂ ਰਹੀਆਂ, ਦਰਬਾਰਾ ਸਿੰਘ ਦੀ ਸਰਕਾਰ ਰਹੀ। ਮੇਰੀ ਗੱਲ ਸੁਣੋ ਨਾ, ਟੈਕਨੀਕਲ ਪੱਖ ਲੋਕਾਂ ਸਾਹਮਣੇ ਜਾਵੇ ਨਾ। ਅੱਜ ਜਿਹੜੀਆਂ ਚਿੱਠੀਆਂ ਲਿਖ ਰਹੇ ਇਹਨਾਂ, ਕਾਸ਼ ਬਾਜਵਾ ਸਾਹਿਬ ਇਹ ਵੀ ਐਡਮਿਟ ਕਰਨ ਵੀ ਇਹ ਸਾਡੀਆਂ ਨਲਾਇਕੀਆਂ ਕਰਕੇ ਹਰਿਆਣਾ ਹੱਕ ਜਤਾ ਰਿਹਾ, ਲੇਕਿਨ ਅਸੀਂ ਦੇਣ ਨਹੀਂ ਦੇਵਾਂਗੇ। ਪੰਜਾਬ ਦਾ ਚੰਡੀਗੜ੍ਹ ਤੇ ਕਨਸਟੀਟਿਊਸ਼ਨਲੀ, ਹਿਸਟੋਰੀਕਲ ਔਰ ਇਮੋਸ਼ਨਲ ਰਾਈਟ ਹੈ, ਔਰ ਦੇਸ਼ ਦੀ ਪਾਰਲੀਮੈਂਟ ਨੇ ਇਹਨੂੰ ਆਲਰੇਡੀ ਰੈਜ਼ੋਲੂਸ਼ਨ ਪਾਇਆ ਹੋਇਆ। ਤੇ ਜਿੰਨੇ ਵੀ ਕਮਿਸ਼ਨ ਬਣੇ ਅੱਜ ਤੱਕ, ਚਾਹੇ ਰਾਜੀਵ ਲੌਂਗੋਵਾਲ ਦੇ ਸਮਝੌਤੇ ਦੀ ਗੱਲ ਕਰ ਲਓ, ਚਾਹੇ ਉਹ ਜਿਹੜੇ ਵੈਂਕਟ ਚਲਈਆ ਜਿਹੜੇ ਕਮਿਸ਼ਨ ਬਣਿਆ ਸੀ ਉਹਨਾਂ ਦੀ ਗੱਲ ਕਰ ਲਓ, ਸਾਰਿਆਂ ਨੇ ਇਹ ਕਿਹਾ ਵੀ ਚੰਡੀਗੜ੍ਹ ਜਿਹੜਾ ਹੈ ਉਹ ਪੰਜਾਬ ਦਾ ਕੈਪੀਟਲ, ਔਰ ਪੰਜਾਬ ਨੂੰ ਵਾਪਸ ਜਾਣਾ ਚਾਹੀਦਾ। ਆਮ ਆਦਮੀ ਪਾਰਟੀ ਕੀ ਕਰੇਗੀ? ਆਮ ਆਦਮੀ ਪਾਰਟੀ ਕਿਸੇ ਵੀ ਤਰੀਕੇ ਨਾਲ ਐਕਸੈਪਟ ਨਹੀਂ ਕਰੂਗੀ ਹਰਿਆਣੇ ਦਾ ਇਸ ਪ੍ਰਪੋਜ਼ਲ ਨੂੰ। ਉਹ ਬੜਾ ਸਪਸ਼ਟ ਕਹਿਤਾ ਸਾਡੇ ਮੁੱਖ ਮੰਤਰੀ ਜੀ ਨੇ ਕਿ ਚੰਡੀਗੜ੍ਹ ਸਾਡੀ ਕੈਪੀਟਲ ਹੈ। ਔਰ ਇਹ ਦੇਖੋ, ਇੱਕ ਗੱਲ ਮੈਂ ਬੜਾ ਸਪਸ਼ਟ ਕਰਾਂ, ਅੱਜ ਭਾਜਪਾ ਉਸੇ ਲੀਹ ਤੇ ਤੁਰਨ ਦੀ ਕੋਸ਼ਿਸ਼ ਕਰ ਰਹੀ ਜਿਹੜੀ ਲੀਹ ਤੇ ਕਾਂਗਰਸ ਤੁਰੀ ਸੀ, ਔਰ ਕਾਂਗਰਸ ਨੇ ਇਸ ਤਰੀਕੇ ਨਾਲ ਖੂਨ ਖਰਾਬਾ ਕਰਾਇਆ ਸੀ। ਪੰਜਾਬ ਕਾਲੇ ਦੌਰ ਚੋਂ ਗੁਜ਼ਰਿਆ ਹੈ। ਉਦੋਂ ਵੀ ਲੜਾਈ ਇਸ ਤਰ੍ਹਾਂ ਹੀ ਸ਼ੁਰੂ ਹੋਈ ਸੀ, ਪੰਜਾਬ ਦੇ ਪਾਣੀਆਂ ਤੋਂ ਤੇ ਪੰਜਾਬ ਦੀ ਰਾਜਧਾਨੀ ਤੋਂ। ਅੱਜ ਭਾਜਪਾ ਉਸੇ ਲੀਹਾਂ ਤੇ ਜਿਹੜੀ ਕੋਸ਼ਿਸ਼ ਕਰ ਰਹੀ ਹੈ, ਇਹਨੂੰ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ। ਔਰ ਮੈਂ ਮੋਦੀ ਸਾਹਿਬ ਨੂੰ ਵੀ ਬੇਨਤੀ ਕਰਦਾ, ਇਹ ਕੰਮ ਨਾ ਫੜ ਲਿਓ ਕਿਤੇ ਤੁਸੀਂ, ਜੇ ਤੁਸੀਂ ਸੋਚਦੇ ਹੋਗੇ ਗੈਰਤਮੰਦ ਲੋਕ ਹੈ ਅਸੀਂ, ਪੰਜਾਬੀ ਤੇ ਵੱਟ ਦੇ ਪਿੱਛੇ ਨਹੀਂ ਮਤਲਬ ਜਰਦੇ, ਕੈਪੀਟਲ ਕਿਤਨਾ ਦੇ ਦਾਂਗੇ। ਸਮਾਂ ਥੋੜਾ ਹੈ ਕੰਗ ਸਾਹਿਬ, ਕਮੈਂਟ ਲਊਂਗਾ। ਅੰਮ੍ਰਿਤਪਾਲ ਜਿਹੜਾ ਸਿੱਖੀ ਪ੍ਰਚਾਰ ਕਰ ਰਿਹਾ ਹੈ, ਕੱਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਨੂੰ ਪਾਰਟੀ 'ਚ ਕੱਢਤਾ, ਤੁਸੀਂ ਅੰਮ੍ਰਿਤਪਾਲ ਨੂੰ ਕਿਸ ਤਰ੍ਹਾਂ ਦੇਖੋ? ਮੇਰੀ ਗੱਲ ਸੁਣੋ, ਜਦੋਂ ਤੱਕ ਤੇ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਕਰਦੇ ਹੋ, ਪ੍ਰਸਾਰ ਕਰਦੇ ਹੋ, ਕੋਈ ਮਾੜੀ ਗੱਲ ਨਹੀਂ, ਲੇਕਿਨ ਦੇਸ਼ ਨੂੰ ਤੋੜਨ ਦੀ ਕੋਈ ਗੱਲ ਕਰੇ, ਕਿਸੇ ਭਾਈਚਾਰੇ ਦੇ ਖਿਲਾਫ ਕੋਈ ਗੱਲ ਕਰੇ, ਕਿਸੇ ਭਾਈਚਾਰੇ ਨੂੰ ਡਰਾਉਣ ਦੀ ਕੋਈ ਗੱਲ ਕਰੇ, ਅਸੀਂ ਬਿਲਕੁਲ ਸਹਿਮਤ ਨਹੀਂ। ਬੜੀ ਸਪਸ਼ਟ ਗੱਲ ਹੈ, ਕਾਨੂੰਨ ਆਪਣਾ ਫਿਰ ਕੰਮ ਕਰੂਗਾ, ਔਰ ਬੜੀ ਸਪਸ਼ਟਤਾ ਨਾਲ ਪੰਜਾਬ ਸਰਕਾਰ। ਤੁਹਾਡੇ ਵੀਊ ਕੀ ਨੇ ਅੰਮ੍ਰਿਤਪਾਲ? ਨਹੀਂ, ਮੇਰੇ ਵੀਊ ਕੀ ਆ, ਮੈਂ ਤਾਂ ਕਹਿ ਰਿਹਾ ਵੀ ਜਿਹੜਾ ਕੋਈ ਕਾਨੂੰਨ ਨੂੰ ਤੋੜਨ ਦੀ ਜਾਂ ਦੇਸ਼ ਨੂੰ ਤੋੜਨ ਦੀ, ਭਾਈਚਾਰਿਆਂ ਨੂੰ ਖਰਾਬ ਕਰਨ ਦੀ ਗੱਲ ਕਰੂਗਾ, ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ। ਦੂਸਰਾ ਸਵਾਲ, ਕਹਿੰਦੇ 92 ਐਮਐਲਏ ਨੇ, ਸਾਰੇ ਡੰਮੀ ਐਮਐਲਏ। ਵਿਰੋਧੀ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੀ ਐਮਐਲਏ ਦੀ ਹਲਕਿਆਂ 'ਚ ਚੱਲਦੀ ਨਹੀਂ। ਤੁਸੀਂ ਦੱਸੋ ਕੰਗ ਸਾਹਿਬ, ਚੱਲਦੀ ਕਿ ਨਹੀਂ ਚੱਲਦੀ? ਕੌਣ ਕਹਿੰਦਾ? ਵਿਰੋਧੀ ਕਹਿੰਦੇ ਨੇ। ਵਿਰੋਧੀ ਪਹਿਲਾਂ ਆਪਣੀ ਫਿਕਰ ਕਰਨ। ਸਾਡੇ ਐਮਐਲਏ ਆਪ ਬੜੇ ਸਿਆਣੇ ਆ, ਸਮਝਦਾਰ ਹੈ, ਔਰ ਉਹਨਾਂ ਦੇ ਜਿਹੜੇ ਮੁਖੀਆ ਹੈ, ਜਿਹੜੇ ਸਾਡੀ ਸਰਕਾਰ ਦੇ ਮੁਖੀਆ ਹੈ, ਉਹਨਾਂ ਨੂੰ ਪਤਾ ਹੈ ਚੱਲਣ ਤੋਂ ਭਾਵ ਅਸੀਂ ਇਹਨਾਂ ਵਾਂਗੂ ਲੁੱਟ ਖਸੁੱਟ ਕਰਨ ਨਹੀਂ ਆਏ, ਅਸੀਂ ਇਹਨਾਂ ਵਾਂਗੂ ਰਾਜ ਭੁਗਤਣ ਨਹੀਂ ਆਏ। ਅਸੀਂ ਪੰਜਾਬ ਨੂੰ ਆਰਥਿਕ ਤੌਰ ਤੇ, ਪੰਜਾਬ ਦੀਆਂ ਨੌਜਵਾਨਾਂ ਦੀ ਮਾਈਗ੍ਰੇਸ਼ਨ ਰੁਕੇ, ਉਹਨੂੰ ਮਜ਼ਬੂਤੀ ਦੇਣ ਆਏ। ਪੰਜਾਬ ਦੀ ਖੇਤੀ ਢਾਂਚਾ ਮਜ਼ਬੂਤ ਹੋਵੇ, ਉਹਦੇ ਵਾਲੇ ਪਾਸੇ ਸਾਡੀ ਪੂਰੀ ਸਰਕਾਰ ਇਨਕਲੂਡਿੰਗ ਸਾਡੇ ਐਮਐਲਏ ਦਿਨ ਰਾਤ ਮਿਹਨਤ ਕਰ ਰਹੇ। ਪੰਜਾਬ ਦੇ ਵਿੱਚ ਸਰਕਾਰ ਕਿਹਦੀ ਹੈ? ਆਮ ਆਦਮੀ ਪਾਰਟੀ ਦੀ। ਪੰਜਾਬ 'ਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਇਹ 'ਚ ਕੋਈ ਦੋ ਰਾਏ? ਕਹਿੰਦੇ ਚੱਲ ਦਿੱਲੀ ਤੋਂ ਰਹੀ ਹੈ, ਤੇ ਦਿੱਲੀ ਸਾਡੇ ਦੇਸ਼ ਦੀ ਪਾਰਟੀ ਦੇ ਨੈਸ਼ਨਲ ਹੈਡ ਰਹਿੰਦੇ ਆ। ਇੱਕ ਗੱਲ ਮੈਂ ਸਪਸ਼ਟ ਕਰਦਾ, ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਦੇ ਨੈਸ਼ਨਲ ਹੈਡ ਹੈ, ਔਰ ਅਰਵਿੰਦ ਕੇਜਰੀਵਾਲ ਜੀ ਕੋਈ ਐਰੇ ਗੈਰੇ ਨਹੀਂ ਕਿ ਆਈਆਈਟੀ ਚੋਂ ਪਾਸ ਹੈ, ਆਈਆਰਐਸ ਅਫਸਰ ਨੂੰ ਲੱਤ ਮਾਰ ਕੇ ਆਏ, ਔਰ ਦਿੱਲੀ ਦੇ ਮੁੱਖ ਮੰਤਰੀ ਹੈ। ਆਮ ਆਦਮੀ ਪਾਰਟੀ ਉਹਨਾਂ ਤੋਂ ਹਮੇਸ਼ਾ ਗਾਈਡੈਂਸ, ਸਲਾਹ ਮਸ਼ਵਰਾ ਹਮੇਸ਼ਾ ਲੈਂਦੀ, ਅੱਗੇ ਵੀ ਲੈਂਦੀ ਰਹੂਗੀ। ਕਹਿੰਦੇ ਕੰਮ ਕੋਈ ਦੋ ਰਾਏ ਨਹੀਂ ਹੈ, ਚਲਾਈ ਹੋ ਰਹੀ। ਲੇਕਿਨ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਹੈ, ਉਹ ਸਾਡਾ ਹਾਈ ਕਮਾਂਡ ਹੈ, ਔਰ ਅਰਵਿੰਦ ਕੇਜਰੀਵਾਲ ਜੀ ਦੀ ਗਾਈਡੈਂਸ, ਉਹਨਾਂ ਦੇ ਸਲਾਹ ਨਾਲ, ਉਹਨਾਂ ਦੀ ਐਡਵਾਈਸ ਨਾਲ ਪੰਜਾਬ ਦੀ ਸਰਕਾਰ ਲੋਕ ਹਿੱਤ 'ਚ ਫੈਸਲੇ ਲੈ ਰਹੀ ਹੈ, ਅੱਗੇ ਵੀ ਲੈਂਦੀ ਰਹੂਗੀ। ਕਾਨੂੰਨੀ ਅਵਸਥਾ ਨੂੰ ਲੈ ਕੇ ਆਪਾਂ ਗੱਲ ਕਰਦੇ ਹਾਂ ਕਿ ਹਥਿਆਰਾਂ ਨੂੰ ਲੈ ਕੇ ਪਹਿਲਾਂ ਫੈਸਲਾ ਲਿਆ ਜਾਂਦਾ ਹੈ, ਐਫਆਈਆਰ ਰਜਿਸਟਰ ਕਰਦੇ ਨੇ, ਉਸ ਤੋਂ ਬਾਅਦ ਫਿਰ ਜਿਹੜੇ ਕੋਈ ਫੈਸਲਾ ਵਾਪਸ ਹੋ ਜਾਂਦਾ ਹੈ। ਇਹ ਕਾਫੀ ਵਾਰ ਹੋ ਗਿਆ। ਨਹੀਂ, ਇਹ ਗੱਲ ਮੈਂ ਕਹਿੰਦਾ ਵੀ ਇਹ ਤਾਂ ਚੰਗੀ ਗੱਲ ਹੈ। ਮੰਨ ਲਓ ਕੋਈ ਫੈਸਲਾ ਸਰਕਾਰ ਨੇ ਲਿਆ, ਉਹਦੇ 'ਚ ਕੁਝ ਸੁਧਾਰ ਕਰਨ ਦੀ ਲੋੜ ਹੈ। ਨਸ਼ਿਆਂ ਤੇ ਵੀ ਲੈਣਾ ਚਾਹੀਦਾ ਨਾ। ਮੇਰੀ ਬੇਨਤੀ ਸੁਣੋ, ਨਸ਼ਿਆਂ ਤੇ ਵੀ ਆ ਜਾਂਦੇ ਆਪਾਂ, ਹਥਿਆਰਾਂ ਵਾਲੀ ਮਿਲ ਲਈ, ਫਿਰ ਨਸ਼ਿਆਂ ਵਾਲਾ ਸਵਾਲ ਕਰ ਲਿਓ। ਹਥਿਆਰਾਂ ਇਹ ਤੇ ਆਪਾਂ ਸਾਰੇ ਮੰਨਦੇ ਆ ਨਾ ਵੀ ਪਿਛਲੇ ਸਾਲਾਂ 'ਚ ਗਨ ਕਲਚਰ ਮਿਊਜ਼ਿਕ ਦੇ ਰਾਹੀਂ ਔਰ ਸੋਸ਼ਲ ਮੀਡੀਆ ਦੇ ਰਾਹੀਂ ਵੱਡੇ ਤੌਰ ਤੇ ਪ੍ਰਮੋਟ ਹੋਇਆ, ਜਿਹਦਾ ਮਾੜਾ ਪ੍ਰਭਾਵ ਪੰਜਾਬ ਦੀ ਨੌਜਵਾਨੀ ਤੇ ਪਿਆ। ਮੰਨੇ ਕੋਈ ਮੰਨੇ, ਆਫ ਦਾ ਰਿਕਾਰਡ ਸਾਰੇ ਮੰਨਦੇ, ਤੁਸੀਂ ਮੰਨੂਗੇ। ਜਿਸ ਤਰੀਕੇ ਨਾਲ ਵਿਆਹਾਂ 'ਚ
ਲੋਕ ਮਾਰੇ ਗਏ, ਗੋਲੀਆਂ ਚਲਾਈਆਂ ਗਈਆਂ, ਇੱਕ ਆਮ ਮਤਲਬ ਉਹ ਤਾਂ ਟੀਨੇਜਰ ਤੇ ਬਹੁਤ ਫਰਕ ਪੈਂਦਾ। ਸੁਣੋ ਮੇਰੀ ਗੱਲ, ਸਰਕਾਰ ਨੇ ਡਾਇਰੈਕਸ਼ਨਾਂ ਜਾਰੀ ਕਰਤੀਆਂ ਵੀ ਇਹ ਗਨ ਕਲਚਰ ਵਾਲਾ ਜਿਹੜਾ ਪ੍ਰਮੋਸ਼ਨ ਹੈ ਰੁਕਣੀ ਚਾਹੀਦੀ। ਹਾਂ, ਉਹਦੇ 'ਚ ਥੋੜਾ ਸੁਧਾਰ ਕੀਤਾ। ਹਾਂ, ਜਿੰਨਾ ਕੋਈ ਅਤੀਤ 'ਚ ਮੰਨ ਲਓ ਕਿਸੇ ਨੇ ਕੋਈ ਪੋਸਟ ਪਾਈ ਆ ਜਿਹਦਾ ਇਹ ਗਾਈਡਲਾਈਨ ਆਉਣ ਤੋਂ ਪਹਿਲਾਂ, ਤੇ ਉਹਨੂੰ ਮੌਕਾ ਵੀ ਦੇਣਾ ਚਾਹੀਦਾ। ਤੇ 3-4 ਦਿਨ ਦਾ ਸਰਕਾਰ ਨੇ ਟਾਈਮ ਦੇ ਦਿੱਤਾ। ਕਈ ਵੱਡੇ ਚੈਨਲ ਤਾਂ ਮੰਤਰੀ ਅਨਮੋਲ ਗਗਨ ਮਾਨ ਉਹਦੀਆਂ ਪੁਰਾਣੀਆਂ ਇੰਸਟਾਗ੍ਰਾਮ ਤੇ ਫੋਟੋਆਂ ਦਿਖਾ ਰਹੇ ਨੇ, ਕਹਿੰਦੀ ਡਿਲੀਟ ਨਹੀਂ ਕੀਤੀਆਂ। ਸਾਰਿਆਂ ਦੀਆਂ ਹੋ ਸਕਦੀਆਂ, ਪੁਰਾਣੀਆਂ ਤੇ ਰਾਜਾ ਵੜਿੰਗ ਦੀਆਂ ਵੀ ਹੋ ਸਕਦੀਆਂ, ਕੈਪਟਨ ਅਮਰਿੰਦਰ ਸਿੰਘ ਦੀਆਂ ਵੀ ਹੋ ਸਕਦੀਆਂ। ਕਹਿੰਦੇ ਫਿਰ ਡਿਲੀਟ ਨਹੀਂ ਕੀਤੀਆਂ। ਨਹੀਂ ਕੀਤੀਆਂ, ਨਹੀਂ ਬਿਲਕੁਲ। ਦੇਖੋ ਮੇਰੀ ਗੱਲ ਸੁਣੋ, ਅਤੀਤ 'ਚ ਜਿਹੜੇ ਲੋਕਾਂ ਨੇ ਕੋਈ ਫੋਟੋ ਪਾਈ ਵੀ ਆ, ਉਹੀ ਮੌਕਾ ਦੇ, ਚਾਹੇ ਉਹ ਆਮ ਬੰਦਾ ਹੈ, ਚਾਹੇ ਮੰਤਰੀ ਹੈ, ਚਾਹੇ ਐਮਐਲਏ ਹੈ, ਚਾਹੇ ਆਪੋਜੀਸ਼ਨ ਦਾ ਲੀਡਰ ਹੈ, ਚਾਹੇ ਕੋਈ ਵੀ ਆ, ਅਗਰ ਉਹਨੇ ਕੋਈ ਪੋਸਟ ਪਾਈ ਹੈ ਤੇ ਉਹ ਬਿਲਕੁਲ ਡਿਲੀਟ, ਉਹਨੂੰ ਟਾਈਮ ਦਿੱਤਾ ਗਿਆ, ਡਿਲੀਟ ਕਰ ਲਈ ਹੋਊਗੀ, ਉਹਨੇ ਵੀ ਕੀਤੀ ਹੋਊਗੀ। ਸਹੀ ਗੱਲ ਦੱਸਿਓ। ਜਿੰਨਾ ਨੁਕਸਾਨ ਨਸ਼ੇ ਨੇ ਪੰਜਾਬ ਦੇ ਵਿੱਚ ਕੀਤਾ ਹੈ, ਉਹਨਾਂ ਗਨ ਕਲਚਰ ਨੇ ਨਹੀਂ ਕੀਤਾ। ਗੱਲ ਤੁਸੀਂ ਮੰਨਦੇ? ਦੇਖੋ, ਗਨ ਕਲਚਰ, ਨਸ਼ਾ, ਇਹ ਸਾਰਾ ਇੱਕ ਨੈਕਸਸ ਹੈ। ਮੈਂ ਤੁਹਾਨੂੰ ਦੱਸਾਂ, ਨਸ਼ਾ ਔਰ ਦੇਖੋ, ਜਿਹੜਾ ਪੰਜਾਬ ਖੇਡਾਂ ਲਈ ਸਭ ਤੋਂ ਵਧੀਆ ਸੂਬਾ ਮੰਨਿਆ ਜਾਂਦਾ ਸੀ 2000 ਤੱਕ, ਤੇ ਹੁਣ ਸੂਬੇ ਦੀ ਪਛਾਣ ਹੀ ਕੀ ਹੋ ਗਈ ਆ ਵੀ ਇੱਥੇ ਗੰਨਾ ਲੈ ਕੇ ਤੁਰੇ ਫਿਰਦੇ ਪੰਜਾਬੀ, ਤੇ ਸ਼ਰਾਬ ਪੀਂਦੇ ਆ ਤੇ ਦਾਰੂ ਪੀਂਦੇ ਆ ਤੇ ਫੈਰ ਕਰੀ ਜਾਂਦੇ ਆ। ਆਹੀ ਇਮੇਜ ਚਲੇਗੀ ਪੰਜਾਬ ਤੋਂ ਬਾਹਰ? ਨਹੀਂ, ਇਹ ਨਹੀਂ ਸੱਚਾਈ। ਸੋ ਇਹ ਨਸ਼ੇ ਦੇ ਪਿੱਛੇ ਰਾਜਨੀਤਿਕ ਪੁਸ਼ਤਪਨਾਹੀ ਰਹੀ ਆ, ਔਰ ਕਿਤੇ ਨਾ ਕਿਤੇ ਥਰਡ ਲੈਵਲ ਤੇ ਪੰਜਾਬ ਪੁਲਿਸ ਜਿਹੜੀਆਂ ਬਲੈਕ ਸ਼ੀਪ ਸੀ, ਉਹਨਾਂ ਦੀ ਚੇਨ ਜਿਹੜਾ ਨੈਕਸਸ ਸੀ, ਉਹ ਕੰਮ ਕਰਦਾ ਰਿਹਾ। ਉਹ ਹਜੇ ਵੀ ਕਈ ਥਾਵਾਂ ਤੇ ਕਰ ਰਿਹਾ। ਬਹੁਤ ਸਾਰਾ ਸੁਧਾਰ ਕਰ ਰਹੀ ਹੈ ਸਰਕਾਰ ਹਜੇ। ਦੇਖੋ ਪਤਾ ਕੀ ਹੁੰਦਾ, ਇੱਕ ਐਡਾ ਵੱਡਾ ਨੈਕਸਸ ਚੱਲ ਰਿਹਾ, ਇੱਕ ਚੈਨਲ ਚੱਲ ਰਿਹਾ, ਇੱਕ ਚੇਨ ਚੱਲ ਰਹੀ ਆ, ਜਿਹਦੇ 'ਚ ਫਾਈਨੈਂਸ਼ੀਅਲੀ ਲੋਕਾਂ ਦੇ ਇੰਟਰਸਟ ਵੀ ਪੈਦਾ ਹੋ ਗਏ। ਲੋਕ ਕਰੋੜਾਂ ਰੁਪਇਆ ਕਮਾ ਰਹੇ ਆ, ਔਰ ਉਹਦੇ 'ਚ ਸਮਾਜ ਦੇ ਰਾਜਨੀਤਿਕ ਲੋਕ ਹੋਣ, ਚਾਹੇ ਬਿਊਰੋਕ੍ਰੇਸੀ ਹੋਵੇ, ਚਾਹੇ ਪੁਲਿਸ ਹੋਵੇ, ਜੋ ਸ਼ਾਮਿਲ ਹੋ ਜਾਏ, ਔਰ ਸਮਾਜ ਦੇ ਵੀ ਕੋਈ ਮੰਨੇ ਪਰਮੰਨੇ ਲੋਕ ਸ਼ਾਮਿਲ ਹੋ ਜਾਣ, ਜਿਹੜੇ ਆਪਣੇ ਸੋ ਕਾਲਡ ਮੰਨੇ ਪਰਮੰਨੇ, ਤੇ ਸੁਭਾਵਿਕ ਤੌਰ ਤੇ ਉਸ ਚੇਨ ਨੂੰ ਤੋੜ 'ਚ ਟਾਈਮ ਤੇ ਲੱਗਣਾ ਹੈ। ਮਾਨ ਸਾਹਿਬ ਦੀ ਸਰਕਾਰ ਦੀ ਮੈਂ ਗੱਲ ਮੁਕਾ ਰਿਹਾ, ਸਾਡਾ ਐਮਐਲਏ, ਸਾਡਾ ਮੰਤਰੀ ਜਾਂ ਸਾਡਾ ਕੋਈ ਲੀਡਰ ਨਸ਼ੇ ਕਿਤੇ ਵਿਕਵਾ ਰਿਹਾ ਹੋਵੇ ਜਾਂ ਕਿਸੇ ਦੇ ਨਾਂ ਲੱਗਦਾ ਹੋਵੇ, ਸਾਨੂੰ ਦੱਸੋ। ਅਸੀਂ ਮਗਰਮੱਛ ਵੀ ਨਹੀਂ ਫੜੇ ਗਏ ਕੰਗ ਸਾਹਿਬ, ਇਹ ਤੁਸੀਂ ਗੱਲ ਮੰਨੋ? ਨਸ਼ੇ ਦੇ ਵੱਡੇ ਸਦਾਗਰ ਵੀ ਨਹੀਂ ਫੜੇ ਗਏ। ਗ੍ਰਾਮ ਵਾਲੇ ਤਾਂ ਫੜੇ ਜਾਂਦੇ ਆ, ਪਰ ਕਿੱਥੋਂ ਆਉਂਦਾ ਹੈ ਉਹ ਨਹੀਂ ਫੜੇ ਜਾਂਦੇ। ਨਹੀਂ, ਫੜੇ ਜਾ ਰਹੇ ਆ। ਹੁਣ ਮੈਂ ਤੁਹਾਨੂੰ ਦੱਸਾਂ, ਹੁਣ ਪਿਛਲੇ ਦਿਨਾਂ 'ਚ ਪੰਜਾਬ ਪੁਲਿਸ ਨੇ ਗੁਜਰਾਤ 'ਚ ਜਾ ਕੇ ਵੀ 3000 ਕਰੋੜ ਤੋਂ ਵੱਧ ਦੇ ਨਸ਼ੇ ਦੀ ਖੇਪ ਫੜੀ, ਜਿਹੜੀ ਪੰਜਾਬ 'ਚ ਆਉਣੀ ਸੀ। ਫਿਰ ਬੰਬੇ ਤੋਂ ਵੀ ਫੜੀ ਪੰਜਾਬ ਪੁਲਿਸ ਨੇ ਜਾ ਕੇ, ਉਹ ਪੰਜਾਬ 'ਚ ਆਉਣੀ ਸੀ। ਉਹ ਵੱਡੇ ਸੁਦਾਗਰ ਹੀ ਆ। ਲੇਕਿਨ ਇਹ ਗੱਲ ਤੁਹਾਡੀ ਮੈਂ ਐਗਰੀ ਕਰਦਾ, ਹਜੇ ਇਹਦੇ ਤੇ ਬਹੁਤ ਸਾਰਾ ਕੰਮ ਕਰਨ ਦੀ ਲੋੜ ਆ, ਔਰ ਲੱਗੀ ਹੋਈ ਆ। ਲੇਕਿਨ ਜਦੋਂ ਤੁਹਾਡਾ ਮੁਖੀਆ ਇਮਾਨਦਾਰ ਹੈ ਨਾ, ਸਰਕਾਰ ਜ਼ਿੰਮੇਵਾਰ ਹੈ, ਸਰਕਾਰ ਦੇ ਆਪਣੇ ਕੋਈ ਇੰਟਰਸਟ ਨਹੀਂ। ਪਹਿਲਾਂ ਕੀ ਸੀ, ਪੁਸ਼ਤਪਨਾਹੀ ਸੀ ਨਾ, ਵੀ ਹਿੱਸੇਦਾਰੀ ਫਿਕਸ ਹੋ ਜਾਂਦੀ, ਕਰੀ ਚੱਲ ਕੰਮ, ਗਲਤ ਸਲਤ ਕਰੀ ਚੱਲ, ਕੋਈ ਚੱਕਰ ਨਹੀਂ, ਥਾਣੇ 'ਚ ਅਸੀਂ ਛਡਾ ਦੇਣਾ ਤੈਨੂੰ। ਹੋਇਆ ਇਹੀ ਹੋਇਆ ਨਾ। ਤੇ ਹੁਣ ਘੱਟੋ ਘੱਟ ਸਾਡੀ ਸਰਕਾਰ ਅਪਵਾਦ ਹੈ, ਸਾਡੇ ਮੁਖੀਆ, ਸਾਡੀ ਕੈਬਨਿਟ 'ਚ ਕੋਈ ਬੰਦਾ ਨਹੀਂ ਨਸ਼ੇ ਵਿਕਵਾ ਰਿਹਾ ਤੇ ਨਾ ਵਿਕਵਾਊਗਾ। ਕਾਨੂੰਨੀ ਪ੍ਰਕਿਰਿਆ ਨੂੰ ਕਿਸ ਤਰ੍ਹਾਂ ਵੇਖਦੇ ਹੋ? ਪਿਛਲੇ ਦਿਨਾਂ ਦੇ ਵਿੱਚ ਵਿਰੋਧੀ ਤਾਂ ਇਹ ਵੀ ਗੱਲ ਕਹਿੰਦੇ ਨੇ ਵੀ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਲਾਅ ਐਂਡ ਆਰਡਰ ਮੇਨਟੇਨ ਨਹੀਂ ਹੈਗਾ, ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਨੇ। ਬੇਸ਼ੱਕ ਉਹ ਪਿੱਛੇ ਕਾਫੀ ਕਤਲ ਹੋਏ ਨੇ, ਗੈਂਗਵਾਰਾਂ ਦੀ ਮੈਂ ਗੱਲ ਕਰਾਂ, ਤੁਸੀਂ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ? ਕੀ ਲੱਗਦਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਹੁਣ ਤੇ ਗੈਂਗਸਟਰ ਫੜੇ ਜਾ ਰਹੇ ਆ, ਕੱਲ ਵੀ ਫੜੇ ਗਏ ਆ, ਰਿਮਾਂਡ ਵੀ ਲਏ ਗਏ ਆ, ਐਨਕਾਊਂਟਰ ਵੀ ਹੋਏ ਆ। ਨਹੀਂ ਤੇ ਗੈਂਗਸਟਰ ਬਣਾਏ ਜਾਂਦੇ ਸੀ ਇੱਥੇ, ਤੇ ਇਹ ਰਵਾਇਤ ਬਣ ਗਈ ਸੀ 10-15 ਸਾਲ ਤੋਂ ਤੇ ਵੀ ਸਪੋਰਟਸ ਸਕੂਲ ਜਲੰਧਰ ਦੇ ਬੱਚੇ ਹੋਣ, ਉਹਨਾਂ ਨੂੰ ਗੈਂਗਸਟਰ ਬਣਾ ਦਿਓ, ਡੀਏਵੀ ਕਾਲਜ ਚੰਡੀਗੜ੍ਹ ਦੇ ਹੋਣ, ਉਹਨਾਂ ਨੂੰ ਗੈਂਗਸਟਰ ਬਣਾ ਦਿਓ। ਗੈਂਗਸਟਰ ਕਿਸ ਤਰ੍ਹਾਂ ਬਣਦੇ ਆ? ਗੈਂਗਸਟਰ ਬਣਦੇ ਜਦੋਂ ਕੋਈ ਬੱਚਾ ਗਲਤ ਕੰਮ ਕਰਦਾ ਤੇ ਉਹਨੂੰ ਸਮਝਾਉਣ ਦੀ, ਉਹਨੂੰ ਹਟਾਉਣ ਦੀ ਬਜਾਏ ਉਹਨੂੰ ਕਹਿਣਾ ਕੋਈ ਨਹੀਂ, ਚੱਕ ਦੇ, ਤੈਨੂੰ ਮੈਂ ਬੈਠਾ, ਮੈਂ ਤੈਨੂੰ ਛਡਾ ਲਿਆਉਂ ਪੁਲਿਸ ਤੋਂ। ਇਸ ਤਰ੍ਹਾਂ ਬਣੇ। ਅਸੀਂ ਉਸ ਰਵਾਇਤ ਨੂੰ ਤੋੜਿਆ। ਲੇਕਿਨ ਜੇ ਮੈਂ ਕਹਾਂ ਵੀ 7-8 ਮਹੀਨਿਆਂ 'ਚ ਸਾਰਾ ਕੁਝ ਕਿਤਨਾ, ਮਤਲਬ ਤੁਸੀਂ ਕਿਤਨਾ ਪੋਸੀਬਲ ਹੈ? ਸਰਕਾਰ ਦੀ ਇੰਟੈਂਸ਼ਨ, ਸਰਕਾਰ ਦੀ ਮਨਸ਼ਾ, ਸਰਕਾਰ ਦੀ ਕਾਰਗੁਜ਼ਾਰੀ ਸਾਹਮਣੇ ਆ ਗਈ ਆ। ਹਾਂ, ਇਹ ਠੀਕ ਹੈ, ਹੋਰ ਥੋੜਾ ਟਾਈਮ ਲੱਗੂਗਾ, ਲੇਕਿਨ ਇਹ ਪੰਜਾਬ 'ਚ ਭਾਈਚਾਰੇ, ਇੱਕ ਤੇ ਭਾਈਚਾਰਾ, ਪੰਜਾਬ ਦੀ ਸ਼ਾਂਤੀ, ਪੰਜਾਬ 'ਚ ਇਹ ਜਿਹੜਾ ਆਰਗੇਨਾਈਜ਼ ਕ੍ਰਾਈਮ ਹੈ, ਇਹ ਬਿਲਕੁਲ ਪੰਜਾਬ 'ਚੋਂ ਖਤਮ। ਜਿੰਨਾ ਪਿਆਰ ਸਤਿਕਾਰ ਪਹਿਲਾਂ 9-10 ਮਹੀਨੇ ਪਹਿਲਾਂ ਮਿਲਿਆ ਕੰਗ ਸਾਹਿਬ, ਕੀ ਲੋਕ ਉਹਨਾਂ ਪਿਆਰ ਸਤਿਕਾਰ ਕਰਦੇ ਨੇ? ਬੇਸ਼ੱਕ ਜਿਮਨੀ ਚੋਣ ਸੰਗਰੂਰ ਦੀ ਗੱਲ ਕਰੀਏ, ਹੋਰ ਵੀ ਕਈ ਪੱਖਾਂ ਤੋਂ ਆਪਾਂ ਗੱਲ ਲੱਗਦਾ ਤੁਹਾਨੂੰ ਜਿੰਨਾ ਪਿਆਰ ਸਤਿਕਾਰ ਪਹਿਲਾਂ ਪੰਜਾਬ ਦੇ ਲੋਕ ਕਰਦੇ ਸੀ, ਹੁਣ ਉਹੀ ਪੰਜਾਬ ਦੇ ਲੋਕ ਸਵਾਲ ਖੜੇ ਕਰ ਰਹੇ ਨੇ? ਦੇਖੋ, ਪੰਜਾਬ ਦੇ ਲੋਕ ਅੱਜ ਵੀ ਉਨਾ ਹੀ ਕਰਦੇ ਆ ਜੀ।
ਪੰਜਾਬ ਦੇ ਲੋਕਾਂ ਨੂੰ ਪਹਿਲੀ ਵਾਰ ਇਸ ਵਾਰ ਝੋਨਾ ਵੇਚਣ 'ਚ ਮੰਡੀਆਂ 'ਚ ਖੱਜਲ ਖਰਾਬੀ ਨਹੀਂ ਹੋਈ। ਪੰਜਾਬ ਦੇ ਲੋਕਾਂ ਦੇ ਖਾਤੇ ਸਿੱਧਾ ਇਨਸੈਂਟਿਵ ਗਿਆ ਸਿੱਧੀ ਬਿਜਾਈ ਦਾ। ਪੰਜਾਬ ਦੇ ਲੋਕਾਂ ਨੂੰ MSP ਮੂੰਗੀ ਤੇ ਮਿਲੀ, ਤੀਜੀ ਫਸਲ ਦੀ ਸ਼ੁਰੂਆਤ ਕੀਤੀ। ਪੰਜਾਬ ਦੇ ਨੌਜਵਾਨਾਂ ਨੂੰ ਵੱਡੇ ਸਤਰ ਤੇ 6-7 ਮਹੀਨੇ 'ਚ ਨੌਕਰੀਆਂ ਮਿਲੀਆਂ। ਪੰਜਾਬ 'ਚ ਕੱਚੇ ਮੁਲਾਜ਼ਮ ਪੱਕੇ ਕੀਤੇ ਆ, ਕੋਈ ਦੋ ਰਾਏ ਨਹੀਂ ਆ। ਹਾਂ, ਜਿਹੜੇ ਸਾਡੇ ਵਿਰੋਧੀ ਆ ਉਹਨਾਂ ਦੀਆਂ ਦੁਕਾਨਦਾਰੀਆਂ, ਉਹਨਾਂ ਨੂੰ ਫਿਕਰ ਪਿਆ। ਉਹਨਾਂ ਨੂੰ ਕਾਹਦਾ ਫਿਕਰ ਹੈ? ਉਹਨਾਂ ਨੂੰ ਫਿਕਰ ਇਸ ਗੱਲ ਦਾ ਆਇਆ ਵੀ ਹੁਣ ਆਮ ਘਰਾਂ ਦੇ ਬੱਚੇ, ਮੁੰਡੇ, ਨੌਜਵਾਨ, ਕੁੜੀਆਂ ਰਾਜਨੀਤੀ 'ਚ ਆ ਗਏ। ਉਹਨਾਂ ਦੇ ਜਿਹੜੇ ਪਰਿਵਾਰਵਾਦ ਵਾਲਾ ਜਿਹੜਾ ਕੰਮ ਸੀ, ਗਾਂ ਬੱਚਿਆਂ ਦਾ ਭਵਿੱਖ, ਉਹ ਸੇਫ ਨਜ਼ਰ ਨਹੀਂ ਆ ਰਿਹਾ। ਉਹਨਾਂ ਨੂੰ ਫਿਕਰ ਪਿਆ। ਇੱਕ ਬਿਆਨ ਤੇ ਮੈਂ ਗੱਲ ਜ਼ਰੂਰ ਕਰੂੰਗਾ ਕੰਗ ਸਾਹਿਬ, ਤੁਸੀਂ ਕਾਫੀ ਟਾਈਮ ਰਾਜਨੀਤੀ ਕਰਦੇ ਹੋ। ਜਦੋਂ ਬਿਆਨ ਦਿੰਦੇ ਆ ਉਦੋਂ ਕਈ ਪਾਰਟੀਆਂ, ਬੇਸ਼ੱਕ ਮੈਂ ਭਗਵੰਤ ਸਿੰਘ ਮਾਨ ਦੀ ਗੱਲ ਕਰਾਂ, ਅਰਵਿੰਦ ਕੇਜਰੀਵਾਲ ਦੀ ਗੱਲ ਕਰਾਂ, ਜਦੋਂ ਬਿਆਨ ਦਿੰਦੇ ਨੇ ਉਦੋਂ ਇਸ ਤਰੀਕੇ ਦਾ ਬਿਆਨ ਦਿੰਦੇ ਨੇ ਕਿ ਅਸੀਂ ਮਿੰਟਾਂ 'ਚ ਕਰ ਦਾਂਗੇ, ਬੇਸ਼ੱਕ MSP ਦੀ ਗੱਲ ਹੋਵੇ, ਬੇਸ਼ੱਕ ਬੇਅਦਬੀ ਵਾਲੇ ਦਾ ਮਸਲਾ ਹੋਵੇ। ਇੱਕ ਮੈਂ ਕਮੈਂਟ ਲੂੰਗਾ ਬੇਅਦਬੀ ਵਾਲੇ ਮਸਲੇ ਤੇ। ਦੇਖੋ, ਬੇਅਦਬੀ ਵਾਲਾ ਜਿਹੜਾ ਮਸਲਾ ਗੁਰੂ ਸਾਹਿਬ ਦਾ, ਦੇਖੋ 'ਚ ਕੋਈ ਦੋ ਰਾਏ ਨਹੀਂ ਹੈ। ਲੰਮੇ ਸਮੇਂ ਤੇ ਰਾਜਨੀਤੀ ਹੀ ਹੋਈ ਹੈ। ਰਾਜਨੀਤੀ ਪਲੱਸ ਇੱਕ ਬਚਾਉਣ ਦੀ ਕੋਸ਼ਿਸ਼ ਹੋਈ ਹੈ। ਅਸੀਂ ਉਸ ਚੀਜ਼ ਨੂੰ, ਔਰ ਕਿਤੇ ਨਾ ਕਿਤੇ ਮਾਨਯੋਗ ਅਦਾਲਤਾਂ 'ਚ ਮਸਲੇ 'ਚ ਕੰਪਲਿਕੇਟਡ ਕੀਤੇ ਗਏ, ਐਵੀਡੈਂਸ ਪ੍ਰਭਾਵਿਤ ਕੀਤਾ ਗਿਆ, ਔਰ ਉਹਦੇ ਕਰਕੇ ਥੋੜੀ ਸਟ੍ਰੀਮਲਾਈਨ ਕਰਨ 'ਚ ਟਾਈਮ ਲੱਗ ਰਿਹਾ। ਲੇਕਿਨ ਸਰਕਾਰ ਬੜੀ ਸਾਫ਼ ਨੀਅਤ ਨਾਲ ਉਸ ਮਸਲੇ ਤੇ ਲੱਗੀ ਹੋਈ ਆ। ਅੱਜ ਵੀ ਜਿਹੜਾ ਸੁਮੇਸ਼ ਸੈਣੀ ਦੀ ਪੇਸ਼ੀ ਆ, ਰੋਜ਼ਾਨਾ SIT ਜਾ ਰਹੀ ਉੱਥੇ, ਔਰ ਜਿਹੜੇ ਲੋਕ ਉਹ 'ਚ ਅਕਿਊਜ਼ਡ ਹੈ, ਚਾਹੇ ਉਹ ਛੋਟਾ ਹੈ ਚਾਹੇ ਵੱਡਾ ਪੋਲੀਟੀਕਲ ਆਦਮੀ, ਹਰੇਕ ਦੀ ਪੁੱਛ ਪੜਤਾਲ ਬੜੀ ਗੰਭੀਰਤਾ ਨਾਲ ਚੱਲ ਰਹੀ ਹੈ। ਮੈਨੂੰ ਲੱਗਦਾ ਜਲਦੀ ਹੀ ਸੱਚਾਈ ਸਾਹਮਣੇ ਆਊਗੀ। ਔਰ ਇੱਕ ਗੱਲ ਬੜੀ ਸਪਸ਼ਟ ਹੈ, ਗੁਰੂ ਸਾਹਿਬ ਦੀ ਬੇਅਦਬੀ ਵਾਲੇ ਮਸਲੇ ਤੇ ਜਿਹੜਾ ਵੀ ਕੋਈ ਰਾਜਨੀਤੀ ਕਰੂ ਜਾਂ ਰਾਜਨੀਤਿਕ ਲਾਹਾ ਲੈਣ ਦੀ ਗੱਲ ਕਰੂਗਾ, ਪੰਜਾਬ ਦੇ ਲੋਕਾਂ ਨੇ ਬਖਸ਼ਣਾ। ਇੰਨਾ ਸਮਾਂ ਕਿਉਂ ਲੱਗ ਜਾਂਦਾ ਹੈ? ਜੇ ਮੈਂ ਉਦੋਂ ਗੱਲ ਕੀਤੀ 24 ਮੇਰਾ ਜਿਹੜਾ ਅਸੀਂ 24 ਘੰਟਿਆਂ ਦੇ ਵਿੱਚ ਅਸੀਂ ਸਭ ਕੁਝ ਕਰ ਦਿਆਂਗੇ। ਸਾਡਾ ਸਮਾਂ ਤੇ ਤੁਸੀਂ 2022 ਚ 16 ਮਾਰਚ ਤੋਂ ਬਾਅਦ ਸ਼ੁਰੂ ਕਰੋਗੇ ਨਾ। ਸਾਡਾ ਸਮਾਂ ਤੇ ਤੁਸੀਂ 2015 ਅਕਤੂਬਰ ਤੋਂ ਥੋੜੀ ਸ਼ੁਰੂ ਕਰ ਸਕਦੇ। ਹਾਂ, ਇਹਦੇ 'ਚ ਕੋਈ ਦੋ ਰਾਏ ਨਹੀਂ। ਉਹ ਦਿਨਾਂ 'ਚ ਜ਼ਰੂਰ ਚਾਹੇ ਉਹ ਕਮਿਸ਼ਨ ਬਣੇ, ਉਹਨਾਂ ਦੀ ਰਿਪੋਰਟ ਐਕਸੈਪਟ ਨਹੀਂ ਹੋਈ, ਫਿਰ ਕੈਪਟਨ ਸਾਹਿਬ ਤੇ ਸਿੱਧਾ ਇਲਜ਼ਾਮ ਸੀ ਵੀ ਬਚਾ ਰਹੇ ਆ। ਤਾਂ ਅਸੀਂ ਨਾ ਤੇ ਕਿਸੇ ਨੂੰ ਬਚਾਉਣਾ ਹੈ ਤੇ ਨਾ ਫਸਾਉਣਾ ਹੈ। ਨਾ ਅਸੀਂ ਐਵੀਡੈਂਸ ਪ੍ਰਭਾਵਿਤ ਹੋਣ ਦੇਣਾ, ਨਾ ਕਿਸੇ ਤਰ੍ਹਾਂ ਦੀ ਕਾਨੂੰਨੀ ਪ੍ਰਕਿਰਿਆ, ਨਾ ਸਾਡਾ ਕੋਈ ਲਾਅ ਆਫਿਸ ਜਿਹੜਾ ਐਡਵੋਕੇਟ ਜਨਰਲ ਆਫਿਸ ਕਿਸੇ ਤਰ੍ਹਾਂ ਦੀ ਕੁਤਾਹੀ ਕਰੂਗਾ। ਸਾਰੀਆਂ ਚੀਜ਼ਾਂ ਕਾਨੂੰਨ ਦੇ ਹਿਸਾਬ ਨਾਲ ਅਲਟੀਮੇਟਲੀ ਫੈਸਲਾ ਅਦਾਲਤਾਂ ਦੇਣਾ। ਅਸੀਂ ਸਾਰੇ ਤੱਥ ਉਹਨਾਂ ਦੇ ਸਾਹਮਣੇ ਜਲਦੀ ਬਹੁਤ ਬਹੁਤ ਧੰਨਵਾਦ ਸਾਨੂੰ ਕੰਗ ਸਾਹਿਬ ਸਮਾਂ ਦੇਣ ਲਈ, ਇੰਨਾ ਕੀਮਤੀ ਸਮਾਂ ਦਿੱਤਾ। ਥੈਂਕ ਯੂ ਸੋ ਮਚ। ਸ਼ੁਕਰੀਆ ਜੀ, ਤੁਹਾਡਾ ਧੰਨਵਾਦ। ਤੁਸੀਂ ਇੰਨੀ ਦੂਰੋਂ ਚੱਲ ਕੇ ਆਏ, ਬਹੁਤ ਬਹੁਤ ਧੰਨਵਾਦ। ਇਹ ਸੀ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਪਰਸਨ ਮਾਲਵਿੰਦਰ ਸਿੰਘ ਕੰਗ। ਜਿੱਥੇ ਨਿੱਜੀ ਜ਼ਿੰਦਗੀ ਬਾਰੇ ਗੱਲਬਾਤ ਕੀਤੀ, ਉੱਥੇ ਪੰਜਾਬ ਦੇ ਅਹਿਮ ਮੁੱਦਿਆਂ ਤੇ ਵੀ ਗੱਲਬਾਤ ਕੀਤੀ। ਤੁਸੀਂ ਜੁੜੇ ਰਹੋ ਲੋਕ ਰਾਏ TV ਦੇ ਨਾਲ। ਕੈਮਰਾਮੈਨ ਸੰਦੀਪ ਦੇ ਨਾਲ ਪਰਮਿੰਦਰ ਸਿੰਘ, ਧੰਨਵਾਦ।